बिलावल महला पंजवा। सूरज किरण मिले जल का जल हुआ राम। 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 ज्योति ज्योत रली संपूर्ण किया राम। ज्योति ज्योत रली संपूर्ण थिया राम। संपूर्ण थिया राम। सूरज किरण मिले जल का जल हुआ राम। सूरज किरण मिले जल का जल हुआ राम। ज्योति ज्योत रली संपूर्ण थिया राम। ज्योति ज्योत रली संपूर्ण थिया राम। संपूर्ण थिया राम। सूरज किरण मिले जल का जल हुआ राम। सूरज किरण जल का जल हुआ राम। ब्रह्म दिसे ब्रह्म सुनिए एक एक बखानिए। ब्रह्म दिसे ब्रह्म सुनिए एक एक बखानिए। आत्म पसारा करणहारा प्रभु बिना नहीं जानिए। प्रभु बिना नहीं जानिए। प्रभु बिना नहीं जानिए।
सूरज किरण मिले जल का जल हुआ राम। सूरज जल का जल हुआ राम। ज्योति ज्योत रली संपूर्ण थी आराम। ज्योति ज्योत रली संपूर्ण थी आराम। संपूर्ण थी आराम। सूरज किरण मिले जल का जल हुआ राम। सूरज किरण जल का जल हुआ राम। आप करता आप पुगता आप कारण किया। आप करता आप पुगता आप कारण किया। बिनवंत नानक से ही जाने जिन्नी हर रस पिया। बिनवंत नानक से ही जाने जिन्नी हर रस पिया। जिन्नी हर रस पिया। सूरज किरण मिले जल का जल हुआ राम। सूरज किरण मिले जल का जल। ज्योति ज्योत रली संपूर्ण थी आराम। ज्योति ज्योत रली संपूर्ण थी आराम। संपूर्ण थी आराम। सूरज किरण मिले जल का जल हुआ राम। सूरज किरण मिले जल का जल हुआ राम। जल का जल हुआ राम। जल का जल हुआ राम। ज्योति ज्योत रली संपूर्ण थी आराम। संपूर्ण थी आराम। प्यारी साध संगत जी, जो असी शब्द गायन किया है सिरलेख के मुताबक ये छंद है।
ਅਸੀਂ ਟੂਕ ਮਾਤਰ ਬਾਣੀ ਦੀ ਬਣਤਰ ਨੂੰ ਪਹਿਲਾਂ ਜ਼ਰੂਰ ਵਿਚਾਰਦੇ ਹਾਂ। ਬਾਣੀ ਦੀ ਬਣਤਰ ਜਿਉਂ-ਜਿਉਂ ਸਮਝ ਆਉਂਦੀ ਹੈ, ਸਾਨੂੰ ਬਾਣੀ ਦੇ ਅੰਤਰੀ ਭਾਵ, ਉਸ ਦੇ ਲਫ਼ਜ਼ੀ ਅਰਥ ਅਤੇ ਉਸ ਤੋਂ ਬਾਅਦ ਉਹਦੇ ਅੰਦਰ ਜਿਹੜਾ ਹਿਡਨ ਏਜੰਡਾ ਹੈ ਗੁਰੂ ਪਾਤਸ਼ਾਹ ਦਾ, ਬਾਣੀ ਦੇ ਅੱਖਰਾਂ ਦੇ ਪਿੱਛੇ ਜੋ ਗੱਲ ਸਮਝਾਉਣਾ ਚਾਹੁੰਦੇ ਨੇ, ਉਹ ਜ਼ਿਆਦਾ ਸਮਝ ਆਉਣੀ ਸ਼ੁਰੂ ਹੁੰਦੀ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ, ਜੋ ਬਾਣੀ ਪੜ੍ਹ ਕੇ ਕੁਛ ਜੀਵਨ ਜਾਚ ਸਿੱਖਣਾ ਚਾਹੁੰਦੇ ਨੇ, ਉਹ ਬਾਣੀ ਦੀ ਬਣਤਰ ਨੂੰ ਜ਼ਰੂਰ ਸਮਝਿਆ ਕਰਨ। ਬਾਣੀ ਨੂੰ ਸ਼ੁੱਧ ਪੜ੍ਹਨਾ, ਬਾਣੀ ਦੀ ਗ੍ਰਾਮਰ ਨੂੰ ਸਮਝਣਾ, ਬਾਣੀ ਦੀ ਬਣਤਰ ਨੂੰ ਸਮਝਣਾ, ਬਾਣੀ ਦੇ ਲਫ਼ਜ਼ੀ ਅਰਥਾਂ ਨੂੰ ਸਮਝ ਕੇ ਜਿਹੜੀਆਂ ਉਹਦੇ 'ਚ ਟਰਮਸ ਆਈਆਂ ਨੇ, ਉਹਨਾਂ ਦੀ ਕੀਮੀਆ ਨੂੰ, ਕੈਮਿਸਟਰੀ ਨੂੰ ਸਮਝਣਾ, ਅਤੇ ਫਿਰ ਉਸ ਤੋਂ ਬਾਅਦ ਬਾਣੀ ਦੇ ਲਫ਼ਜ਼ਾਂ ਦੇ, ਪੰਕਤੀ ਦੇ ਅਰਥ ਦੇ ਪਿੱਛੇ ਜਿਹੜਾ ਭਾਵ ਅਰਥ ਹੈ, ਜੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਤਾਂ ਇਹ ਸਾਡੀ ਮਿਹਨਤ ਸਫਲ ਹੁੰਦੀ ਹੈ। ਗੁਰੂ ਪਾਤਸ਼ਾਹ ਵੱਲੋਂ ਬਾਣੀ ਸਾਡੇ ਵਾਸਤੇ ਉਚਾਰੀ ਗਈ ਔਰ ਅਸੀਂ ਉਸ ਦਾ ਲਾਹਾ ਲੈ ਪਾਉਂਦੇ ਹਾਂ। ਸੋ ਇਸ ਦੀ ਬਣਤਰ ਦੇ ਉੱਪਰ ਲਿਖਿਆ ਹੋਇਆ ਹੈ। ਉੱਪਰ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝ ਕਰ ਲਾਂ। ਜਿੱਥੇ ਅਸੀਂ ਇਹ ਸ਼ਬਦ ਪੜ੍ਹਿਆ, ਉੱਥੇ ਆਖੀਰ 'ਤੇ ਲਿਖਿਆ ਹੋਇਆ 4 ਦੇ ਨਾਲ ਲਿਖਿਆ ਹੋਇਆ 2। ਜਿਹੜਾ ਵੀ ਪਹਿਲਾ ਅੱਖਰ ਲਿਖਿਆ ਹੁੰਦਾ ਹੈ, ਉਹ ਅੱਖਰ ਸ਼ੋ ਕਰਦਾ ਹੈ ਕਿ ਇੱਥੇ ਇਸ ਸ਼ਬਦ ਦੇ ਕਿਤਨੇ ਪਦੇ ਸਮਾਪਤ ਹੋਏ। ਫਰਜ਼ ਕਰੋ 5 ਪਦੇ ਦਾ ਸ਼ਬਦ ਹੋਏਗਾ, ਤਾਂ ਜਿੱਥੇ ਸ਼ਬਦ ਸਮਾਪਤ ਹੋਏਗਾ ਉੱਥੇ ਸਭ ਤੋਂ ਪਹਿਲਾ ਨਿਊਮਰੀਕਲ ਅੱਖਰ ਪਾਇਆ ਹੋਏਗਾ 5। ਜੇਕਰ ਅਸੀਂ ਪੜਾਂਗੇ ਚੌਪਦੇ ਤਾਂ ਸ਼ਬਦ 4 ਤੇ ਖਤਮ ਹੋਏਗਾ, ਤਿਪਦੇ ਦਾ ਹੋਏਗਾ 3 ਤੇ ਖਤਮ ਹੋਏਗਾ, ਦੁਪਦੇ ਦਾ 2 ਤੇ, ਇੱਕ ਪਦੇ ਦਾ 1 ਤੇ। ਅਸ਼ਟਪਦੀਆਂ ਦਾ 8 ਤੇ ਵੀ, 7 ਤੇ ਵੀ, ਜਾਂ 8 ਤੋਂ ਵੱਧ ਪਦਿਆਂ ਦੇ ਸਾਰੇ ਟੌਪਿਕਸ ਨੂੰ ਅਸ਼ਟਪਦੀਆਂ ਦੇ ਟੌਪਿਕ ਹੇਠਾਂ ਰੱਖਿਆ ਜਾਂਦਾ ਹੈ। ਭਾਵੇਂ ਦੇ 16 ਪਦੇ ਹੋਣ, 24 ਹੋਣ, ਘੱਟ ਵੱਧ ਹੋ ਸਕਦੇ ਨੇ, ਲੇਕਿਨ 5 ਪਦੇ ਤੋਂ ਬਾਅਦ ਫਿਰ ਬਾਣੀ ਅਸ਼ਟਪਦੀਆਂ ਦੀ ਸ਼ੁਰੂ ਹੁੰਦੀ ਹੈ, 8 ਪਦੇ ਵਾਲੀ। ਆਪ ਜੀ ਜਦੋਂ ਬਾਣੀ ਨੂੰ ਖੋਜ ਕੇ ਪੜ੍ਹਦੇ ਹੋ, ਇਸ ਸ਼ਬਦ ਨੂੰ ਵੀ ਜਦੋਂ ਖੋਜ ਕੇ ਪੜ੍ਹਾਂਗੇ, ਖਿਆਲ ਆਏਗਾ ਕਿ ਜੇ 4 ਲਿਖਿਆ ਤਾਂ ਇਹਦਾ ਮਤਲਬ ਇਸ ਤੋਂ ਪਹਿਲਾਂ 3 ਪਦੇ ਹੋਰ ਹਨ, ਜਿਸ ਨੂੰ ਅਸੀਂ ਇੱਥੇ ਛੰਤ ਕਹਿੰਦੇ ਹਾਂ। ਛੰਤ ਵਿੱਚ ਰਹਾਉ ਨਹੀਂ ਹੁੰਦਾ, ਵਾਰਾਂ ਵਿੱਚ ਰਹਾਉ ਨਹੀਂ ਹੁੰਦਾ। ਜਿਹੜੇ ਸ਼ਬਦਾਂ ਵਿੱਚ ਰਹਾਉ ਹੁੰਦਾ ਹੈ, ਉਹਨਾਂ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ ਰਹਾਉ 'ਚ ਹੁੰਦਾ ਹੈ। ਇਸ ਕਰਕੇ ਰਹਾਉ ਨੂੰ ਸਿੰਪਲੀ ਕਹਿ ਦੇਣਾ ਪੌਜ਼, ਵਿਸ਼ਰਾਮ, ਇਹਦੇ ਨਾਲ ਗੱਲ ਨਹੀਂ ਬਣਦੀ। ਰਹਾਉ ਦੀ ਪੰਕਤੀ ਨੂੰ ਗਾਇਨ ਕਰਨ ਵੇਲੇ ਬਾਰ-ਬਾਰ ਧੁਰਾ ਬਣਾਇਆ ਜਾਂਦਾ ਹੈ। ਹਰ ਗਾਇਕ ਉਸ ਨੂੰ ਬਾਰ-ਬਾਰ ਗਾਉਂਦਾ ਹੈ ਕਿ ਰਹਾਉ ਦਾ ਮਤਲਬ ਹੈ ਸ਼ਬਦ ਦਾ ਸੈਂਟਰਲ ਆਈਡੀਆ ਹੈ। ਇਸ ਨੂੰ ਪਹਿਲਾਂ ਠੀਕ ਤਰ੍ਹਾਂ ਸਮਝ ਲਵੋ। ਤੇ ਕਈ ਸ਼ਬਦਾਂ ਵਿੱਚ ਤੁਹਾਨੂੰ ਰਹਾਉ ਦੂਜਾ ਲਿਖਿਆ ਮਿਲੇਗਾ। ਪਹਿਲੇ ਰਹਾਉ 'ਚ ਸਵਾਲ ਹੁੰਦਾ ਹੈ, ਦੂਜੇ ਰਹਾਉ 'ਚ ਆਨਸਰ ਹੁੰਦਾ ਹੈ। ਜੇ ਪਹਿਲੇ ਰਹਾਉ 'ਚ ਲਿਖਿਆ ਹੈ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਕੀਰਤਨ ਨੀਤਾ, ਇਹ ਸ਼ਬਦ ਦਾ ਰਹਾਉ ਤੇ ਹੈ, ਪਹਿਲਾ ਰਹਾਉ ਹੈ, ਲੇਕਿਨ ਸਵਾਲ ਹੈ ਸੋ ਅਸਥਾਨ ਬਤਾਵੋ, ਆਹੇ ਨੂੰ ਔਂਕੜ ਪਾ ਕੇ ਬਤਾਵੋ, ਮੁਝਕੋ ਬਤਾਓ। ਇਹਦਾ ਮਤਲਬ ਅਸਥਾਨ ਪੁੱਛਿਆ ਜਾ ਰਿਹਾ, ਲੇਕਿਨ ਆਨਸਰ ਨਹੀਂ ਹੋਇਆ। ਰਹਾਉ ਦੂਜਾ 'ਚ ਕਹਿੰਦੇ ਨੇ ਸਾਧ ਸੰਗ ਹਰ ਕੀਰਤਨ ਗਾਈਏ, ਇਹ ਅਸਥਾਨ ਗੁਰੂ ਤੇ ਪਾਈਏ। ਰਹਾਉ ਦੂਜਾ, ਉੱਥੇ ਆਨਸਰ ਕੀਤਾ ਹੈ। ਸੋ 2 ਰਹਾਉ ਵੀ ਹੁੰਦੇ ਨੇ, 4 ਰਹਾਉ ਵੀ ਹੁੰਦੇ ਨੇ। ਇਸ ਤਰ੍ਹਾਂ ਰਹਾਉ ਵਾਲੇ ਸ਼ਬਦਾਂ ਦਾ ਸੈਂਟਰਲ ਆਈਡੀਆ ਤਾਂ ਰਹਾਉ 'ਚ ਹੁੰਦਾ ਹੈ, ਲੇਕਿਨ ਜਿਹੜੀਆਂ ਵਾਰਾਂ ਹੁੰਦੀਆਂ ਉਹਨਾਂ ਦਾ ਸੈਂਟਰਲ ਆਈਡੀਆ ਪੌੜੀ 'ਚ ਹੁੰਦਾ ਹੈ, ਔਰ ਪੌੜੀ ਦੀ ਆਖਰੀ ਪੰਕਤੀ ਵਿੱਚ ਉਸ ਦਾ ਸਾਰ ਹੁੰਦਾ ਹੈ।
ਇਸ ਕਰਕੇ ਆਸਾ ਕੀ ਵਾਰ ਜਦੋਂ ਗਾਉਂਦੇ ਨੇ ਰਾਗੀ ਸੱਜਣ ਤਾਂ ਉਹ ਪੌੜੀ ਨੂੰ ਬੋਲਦੇ ਨੇ, ਪੌੜੀ ਦੀ ਆਖਰੀ ਪੰਕਤੀ ਨੂੰ 2 ਵਾਰੀ ਰਿਪੀਟ ਕਰਦੇ ਨੇ। ਈਵਨ ਤਬਲੇ ਵਾਲਾ ਵੀ ਦੁਬਾਰਾ ਪੌੜੀ ਨੂੰ ਪਾਠ ਦੀ ਸ਼ਕਲ ਵਿੱਚ ਪੜ੍ਹਦਾ ਹੈ, ਫਿਰ 2 ਵਾਰੀ ਆਖਰੀ ਪੰਕਤੀ ਨੂੰ ਰਿਪੀਟ ਕਰਦਾ ਹੈ। ਫਰਜ਼ ਕਰੋ ਪੜ੍ਹੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜ ਹੈ ਅੱਗੇ ਜਾਵਣਾ, ਨੰਗਾ ਦੋਜ਼ਖ ਛਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛੋਤਾਵਣਾ, ਕਰ ਔਗੁਣ ਪਛੋਤਾਵਣਾ। ਉਹ ਇਸ ਤਰ੍ਹਾਂ ਸਮਾਪਤ ਕਰਦਾ ਹੈ, ਸਾਨੂੰ ਐਮਫੇਸਿਸ ਕਰਦਾ ਹੈ ਕਿ ਤੁਸੀਂ ਜਿਹੜੀ ਪੂਰੀ ਪੌੜੀ ਦਾ ਟੌਪਿਕ ਸਮਝਣਾ ਹੈ ਇਸ ਵਾਰ ਦਾ, ਤਾਂ ਇਸ ਦੀ ਪਹਿਲਾਂ ਆਖਰੀ ਪੰਕਤੀ ਨੂੰ ਠੀਕ ਤਰੀਕੇ ਨਾਲ ਸਮਝ ਲਵੋ, ਫਿਰ ਪੌੜੀ ਨੂੰ ਸਮਝਣਾ ਹੈ, ਫਿਰ ਉਸ ਨੂੰ ਉਭਾਰ ਕੇ ਸਮਝਣ ਵਾਸਤੇ ਉਹਦੇ ਨਾਲ ਸ਼ਲੋਕ ਲਗਾਏ ਜਾਂਦੇ ਨੇ। ਇਹ ਬਾਣੀ ਦੀ ਬਣਤਰ ਦਾ ਢੰਗ। ਅੱਜ ਦੇ ਟੌਪਿਕ ਵਿੱਚ ਹੈ ਛੰਤ। ਛੰਤ ਵਿੱਚ ਮੈਂ ਸਾਂਝ ਕੀਤੀ ਹੈ ਕਿ ਰਹਾਉ ਨਹੀਂ ਹੁੰਦਾ। ਇਸ ਦਾ ਸਿਰਲੇਖ ਪੜ੍ਹੀਏ। ਸਿਰਲੇਖ ਇਸ ਤੋਂ ਪਹਿਲੇ 3 ਪਦੇ ਲਿਖੇ ਹੋਏ ਨੇ, ਜਿਸ ਨੂੰ ਅਸੀਂ ਮੈਂ ਬਾਰ-ਬਾਰ ਪਦੇ ਕਹਿ ਰਿਹਾ ਤਾਂ ਕਿ ਸਿੰਪਲੀ ਪੈਰਾਗ੍ਰਾਫ ਸਮਝ ਆ ਸਕੇ ਪਦੇ, ਲੇਕਿਨ ਹੈ ਬਣਤਰੀ 'ਚ ਛੰਤ। ਇਸ ਦੇ ਜਿਹੜੇ ਪਹਿਲੇ 3 ਪਦੇ ਨੇ, ਪਹਿਲਾ, ਦੂਜਾ, ਤੀਜਾ, ਅਤੇ ਅਸੀਂ ਚੌਥਾ ਪਦਾ ਗਾਇਨ ਕੀਤਾ। ਚੌਥਾ ਪਦਾ ਸਾਰਿਆਂ ਨੂੰ ਯਾਦ ਹੈ, ਆਮ ਤੌਰ 'ਤੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ 'ਤੇ ਗਾਇਆ ਜਾਂਦਾ ਹੈ, ਜਾਂ ਜਦੋਂ ਸਾਡੇ ਘਰਾਂ ਵਿੱਚ ਕਿਸੇ ਦੀ ਕੋਈ ਡੈਥ ਹੋ ਜਾਏ ਜਾਂ ਕਿਰਿਆ ਦੇ ਭੋਗ 'ਤੇ ਗਾਇਆ ਜਾਂਦਾ। ਸਾਨੂੰ ਮੋਸਟਲੀ ਇਹ ਬੜਾ ਪਾਪੂਲਰ ਹੈ, ਯਾਦ ਹੈ, ਲੇਕਿਨ ਆਪਣੇ 'ਤੇ ਅਪਲਾਈ ਨਹੀਂ ਕੀਤਾ। ਇਸ ਕਰਕੇ ਪਤਾ ਨਹੀਂ ਇਹ ਮੈਨੂੰ ਕੀ ਸਿਖਾ ਰਿਹਾ। ਹੁਣ ਤੱਕ ਇਤਨਾ ਸੁਣਿਆ ਮੈਂ, ਹੋ ਸਕਦਾ ਤੁਸੀਂ ਜ਼ਿਆਦਾ ਸੁਣਿਆ ਹੋਵੇ, ਵਡਭਾਗੀ ਹੋਵੋਗੇ। ਮੈਂ ਇੰਨਾ ਹੀ ਸੁਣਿਆ, ਜੇ ਫਲਾਣਾ ਸੱਜਣ ਦੀ ਅੱਜ ਡੈਥ ਹੋ ਗਈ ਹੈ, ਰਾਗੀ ਸਿੰਘ ਇੱਥੇ ਗਾ ਰਹੇ ਨੇ ਬਈ ਇਹ ਬੰਦਾ ਮਰ ਗਿਆ, ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਲੋ ਜੀ, ਇਹ ਬੰਦਾ ਮਰ ਗਿਆ, ਇਹ ਇਹਦੇ ਵਾਸਤੇ ਗਾ ਰਹੇ ਨੇ। ਸੈਕਿੰਡ, ਗੁਰੂ ਅਰਜਨ ਪਾਤਸ਼ਾਹ ਵਾਲੇ ਗਾ ਰਹੇ ਨੇ, ਉਹ ਸ਼ਹੀਦ ਹੋਏ ਨੇ, ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਪਰ ਆਪਣੀ ਛੁੱਟੀ ਹੋ ਗਈ, ਮੈਨੂੰ ਪਤਾ ਹੀ ਨਹੀਂ ਲੱਗਾ ਸ਼ਬਦ ਮੈਨੂੰ ਕੀ ਕਹਿੰਦਾ ਪਿਆ। ਇਸ ਛੰਤ ਵਿੱਚ ਜਦੋਂ ਇਸ ਦਾ ਸਿਰਲੇਖ ਪੜ੍ਹਿਆ, ਇਹਦਾ ਸਿਰਲੇਖ ਲਿਖਿਆ ਹੈ ਬਿਲਾਵਲ ਮਹਿਲਾ 5ਵਾਂ। ਹੁਣ ਮੈਂ ਤੇ ਤੁਹਾਨੂੰ ਕਹਿ ਦਿੱਤਾ ਇਹ ਛੰਤ ਹੈ, ਮੈਂ ਕਿੱਥੋਂ ਕਹਿ ਦਿੱਤਾ? ਮੇਰੀ ਮਰਜ਼ੀ ਨਹੀਂ ਚੱਲੇਗੀ। ਬਾਣੀ ਦੀ ਬਣਤਰ ਨੂੰ ਦੇਖਾਂਗੇ। ਮੈਂ ਪਹਿਲਾਂ ਸਾਂਝ ਕੀਤੀ ਹੈ ਕਾਊਂਟਿੰਗ। ਕਾਊਂਟਿੰਗ ਵਿੱਚ ਲਿਖਿਆ 4 ਅਤੇ 2। ਇਹਦਾ ਮਤਲਬ 2 ਤੋਂ ਪਹਿਲਾਂ ਵੀ ਕੋਈ ਛੰਤ ਦਾ ਸੈੱਟ ਹੈ ਜਿਸ ਦਾ ਨੰਬਰ 1 ਹੈ। ਅੱਜ ਦਾ ਮਨੁੱਖ ਸੈੱਲ ਫੋਨ ਦੇ ਅੰਦਰ ਬਣਤਰ ਵੇਖ ਵੇਖ ਕੇ ਹੈਰਾਨ ਹੁੰਦਾ ਹੈ। ਅੱਜ ਦਾ ਮਨੁੱਖ ਕੰਪਿਊਟਰ ਦੀ ਬਣਤਰ ਵੇਖ ਵੇਖ ਕੇ ਹੈਰਾਨ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਇਤਨੀ ਕੀਮਤੀ ਸੁਜਾਨ ਢੰਗ ਦੇ ਨਾਲ, ਅਸੀਂ ਅੱਜ ਦੀ ਲੈਂਗੁਏਜ ਵਿੱਚ ਇਹਦਾ ਨਾਂ ਹੀ ਰੱਖ ਲਿਆ ਕੰਪਿਊਟਰਾਈਜ਼ਡ ਲੌਕਅਪ ਸਿਸਟਮ। ਇਹਦੀ ਬਣਤਰ ਕੀਤੀ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਕਰ ਸਕਦਾ। ਇਹ ਜਿਹੜੀ ਬਣਤਰ ਹੈ ਨਾ, ਜੇ ਅਸੀਂ ਇਹ ਬਣਤਰ ਅੱਜ ਦੇ ਨੌਜਵਾਨਾਂ ਨਾਲ ਡਿਸਕਸ ਕਰਨੀ ਸ਼ੁਰੂ ਕਰ ਦਈਏ ਔਰ ਕੌਮ ਦੇ ਕਿਸੇ ਮਨੁੱਖ ਨਾਲ ਸ਼ੁਰੂ ਕਰ ਦਈਏ ਔਰ ਵਰਲਡ ਦੇ ਕਿਸੇ ਵੀ ਰਿਲੀਜਨ ਵਾਲੇ, ਕਿਸੇ ਵੀ ਸਟੇਟਸ ਵਾਲੇ ਮਨੁੱਖ ਨਾਲ ਜੇਕਰ ਅਸੀਂ ਬਾਣੀ ਦੀ ਬਣਤਰ ਡਿਸਕਸ ਕਰਨਾ ਸ਼ੁਰੂ ਕਰ ਦਈਏ, ਉਹ ਵੀ ਵਿਸਮਾਦਤ ਹੋ ਉੱਠੇਗਾ, ਕਹੇਗਾ ਕਮਾਲ ਹੈ, ਦੈਟਸ ਹਾਊ ਯੂ ਗੋਟ ਦਾ ਪਿਓਰੈਸਟ ਫਾਰਮ ਆਫ ਬਾਣੀ ਵਿਦ ਯੂ। ਕਿ ਇਸ ਬਣਤਰ ਦੇ ਲੌਕਅਪ ਸਿਸਟਮ ਦੇ ਕਾਰਨ ਹੀ ਸਾਡੀ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਮਿਲਾਵਟ ਨਹੀਂ ਕਰ ਸਕਦਾ। ਇਤਿਹਾਸ ਵਿੱਚ ਕਿਸੇ ਨੇ ਮਿਲਾਵਟ ਕੀਤੀ ਹੋਣੀ, ਉਹ ਜਾਣੇ। ਹੋਰ ਪੁਸਤਕਾਂ 'ਚ ਕਿਸੇ ਨੇ ਕੀਤੀ ਹੋਣੀ, ਗ੍ਰੰਥਾਂ 'ਚ ਕੀਤੀ ਹੋਣੀ, ਉਹ ਜਾਣਨ। ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕੋਈ ਮਿਲਾਵਟ ਨਹੀਂ ਕਰ ਸਕਦਾ। ਜੋ ਤੋਹਾ ਜੁਗਤ ਸਾਇ ਸੈ ਕਾਇਆ ਫੇਰ ਪਲਟੀਏ। ਗੁਰੂ ਨਾਨਕ ਪਾਤਸ਼ਾਹ ਦੀ ਕੀਮਤੀ ਜੁਗਤ ਦਾ ਸਦਕਾ ਟੈਕਨੀਕ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਅਪਲਾਈ ਕੀਤਾ ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਦਿੱਤਾ। ਇਸ ਕਰਕੇ ਬਣਤਰ ਜ਼ਰੂਰ ਡਿਸਕਸ ਕਰਦੇ ਹਾਂ। ਮੇਰੀ ਬੇਨਤੀ ਹੈ ਕਿ ਘਰ ਬੈਠ ਕੇ ਬਾਣੀ ਪੜ੍ਹਨ ਵੇਲੇ ਬਣਤਰ ਵੇਖਿਆ ਕਰੋ। ਫਿਰ ਸਾਂਝ ਕਰ ਲਈਏ। ਸ਼ਬਦ ਦੇ ਅਖੀਰ ਤੇ ਲਿਖਿਆ 4, ਇਹਦਾ ਮਤਲਬ ਇਹ 4 ਛੰਤ ਦਾ ਕੋਈ ਸੈੱਟ ਹੈ। ਇਸ ਤੋਂ ਪਿਛਲੇ 3 ਛੰਤਾਂ ਦੇ ਉੱਪਰ ਇਹਦਾ ਸਿਰਲੇਖ ਲਿਖਿਆ ਹੋਏਗਾ ਔਰ ਸ਼ਬਦ ਦੇ ਅਖੀਰ ਤੇ ਲਿਖਿਆ ਹੈ 2, ਇਹਦਾ ਮਤਲਬ 4 ਛੰਤਾਂ ਦਾ ਕੋਈ ਸੈੱਟ ਪਹਿਲਾਂ ਵੀ ਹੋਵੇਗਾ।
ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜਾਓਗੇ ਨਾ, ਪਿਛਲਾ ਪੜੋਗੇ ਨਾ, ਤਾਂ ਪਿਛਲੇ ਤੇ ਲਿਖਿਆ ਹੈ ਬਿਲਾਵਲ ਮਹਿਲਾ ਪੰਜਵਾਂ ਛੰਤ। ਇਹਦਾ ਮਤਲਬ ਇਹ ਸੈੱਟ ਇੱਥੋਂ ਸ਼ੁਰੂ ਹੋਇਆ ਹੈ, ਕਿਉਂਕਿ ਇੱਥੇ ਛੋਟੇ ਢੰਗ ਦੇ ਨਾਲ ਲਿਖਿਆ ਹੋਇਆ ਹੈ ਏਕ ਓਂਕਾਰ ਸਤਿਗੁਰ ਪ੍ਰਸਾਦ। ਜਿੱਥੇ ਪੂਰਾ ਲਿਖਿਆ ਹੁੰਦਾ ਨਾ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਉੱਥੋਂ ਨਵਾਂ ਰਾਗ ਸ਼ੁਰੂ ਹੁੰਦਾ, ਉੱਥੋਂ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ। ਔਰ ਲੜੀਵਾਰ ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਬਦ ਸ਼ੁਰੂ ਹੋਏਗਾ, ਨਵਾਂ ਟੌਪਿਕ, ਨਵਾਂ ਰਾਗ, ਨਵਾਂ ਪੇਜ, ਔਰ ਨਵੇਂ ਪੇਜ ਦੇ ਚਾਰੋਂ ਪਾਸੇ ਦਾ ਹਾਸ਼ੀਆ ਬਾਉਂਡਰੀ ਕਲਰ ਚੇਂਜਡ, ਤਾਂ ਕਿ ਨਵੇਂ ਬੰਦੇ ਨੂੰ ਸਮਝ ਆਏ ਨਵਾਂ ਟੌਪਿਕ ਸ਼ੁਰੂ ਹੋਣ ਲੱਗਾ ਹੈ। ਪਹਿਲੇ ਗੁਰੂ ਪਾਤਸ਼ਾਹ ਤੋਂ ਪੰਚਮ ਪਾਤਸ਼ਾਹ ਤੱਕ 9ਵੇਂ ਗੁਰੂ ਪਾਤਸ਼ਾਹ ਦੇ ਸ਼ਬਦਾਂ ਦਾ ਟੋਟਲ ਕੀਤਾ ਜਾਂਦਾ ਹੈ ਉਸੇ ਰਾਗ ਵਿੱਚ, ਉਸੇ ਟੌਪਿਕ ਵਿੱਚ। ਫਿਰ ਉਸ ਤੋਂ ਬਾਅਦ ਬਾਣੀ ਭਗਤਾਂ ਕੀ ਸ਼ੁਰੂ ਹੁੰਦੀ ਹੈ, ਔਰ ਕਬੀਰ ਸਾਹਿਬ ਦੇ ਸ਼ਬਦ ਸ਼ੁਰੂ ਹੁੰਦੇ ਨੇ ਉਸੇ ਰਾਗ ਵਿੱਚ, ਉਸੇ ਟੌਪਿਕ ਵਿੱਚ ਭਗਤਾਂ ਦੀ ਬਾਣੀ ਕੰਪਲੀਟ ਹੋਏਗੀ। ਫਿਰ ਨਵਾਂ ਪੇਜ, ਨਵਾਂ ਰਾਗ, ਨਵਾਂ ਸਭ ਕੁਝ ਸ਼ੁਰੂ ਹੋਏਗਾ, ਔਰ ਪੂਰਨ ਤੌਰ ਤੇ ਲਿਖਿਆ ਜਾਏਗਾ ਏਕ ਓਂਕਾਰ ਤੋਂ ਗੁਰ ਪ੍ਰਸਾਦ। ਲੇਕਿਨ ਜਦੋਂ ਇੱਕ ਟੌਪਿਕ ਸ਼ੁਰੂ ਹੁੰਦਾ ਹੈ, ਉਸ ਟੌਪਿਕ ਦੇ ਵਿਚਕਾਰ ਜੇ ਛੰਤ ਸ਼ੁਰੂ ਹੋਏ ਨੇ, ਉਸ ਟੌਪਿਕ ਦੇ ਵਿਚਕਾਰ ਦੁਪਦੇ ਤੋਂ ਤਿਪਦੇ ਸ਼ੁਰੂ ਹੋਏ ਨੇ, ਉਸ ਟੌਪਿਕ ਦੀ ਸਬ ਕਲੌਜ਼ ਜਦੋਂ ਸ਼ੁਰੂ ਹੁੰਦੀ ਹੈ, ਤਾਂ ਇਸ ਤਰੀਕੇ ਨਾਲ ਛੋਟਾ ਲਿਖਿਆ ਜਾਂਦਾ ਏਕ ਓਂਕਾਰ ਸਤਿਗੁਰ ਪ੍ਰਸਾਦ। ਇਹਦਾ ਮਤਲਬ ਸੂਰਜ ਕਿਰਨ ਮਿਲੇ ਅੱਜ ਅਸੀਂ ਸਮਝਣ ਬੈਠੇ ਹਾਂ। ਸਾਡਾ ਅੱਜ ਦਾ ਡੈਸਟੀਨੇਸ਼ਨ ਹੈ, ਸਾਡਾ ਅੱਜ ਦਾ ਗੋਲ ਹੈ, ਮੋਟੋ ਹੈ, ਸਟ੍ਰੈਟਜੀ ਹੈ ਅੱਜ ਦੇ ਸ਼ਬਦ ਦੀ ਬਣਤਰ ਦੀ, ਕਿ ਅਸੀਂ ਸੂਰਜ ਕਿਰਨ ਮਿਲੇ ਵਾਲਾ ਸ਼ਬਦ ਸਮਝਣਾ ਹੈ। ਲੇਕਿਨ ਸੂਰਜ ਕਿਰਨ ਮਿਲੇ ਹੋਈ ਕਿਸ ਤਰ੍ਹਾਂ? ਮੈਂ ਤੇ ਪਹਿਲਾਂ ਵਿਚਾਰਦਾ ਹੀ ਨਹੀਂ ਸੀ, ਤੇ ਮੈਨੂੰ ਐ ਲੱਗਦਾ ਸੀ ਸੂਰਜ ਨੂੰ ਕਿਰਨ ਮਿਲ ਗਈ, ਇੱਥੇ ਤੱਕ ਇੰਝ ਹੀ ਸਮਝਦੇ ਸੀ। ਪਰ ਉਹ ਪੂਰਾ ਲਫ਼ਜ਼ ਇੱਕ ਹੈ, ਸੂਰਜ ਵਿੱਚੋਂ ਨਿਕਲੀ ਹੋਈ ਕਿਰਨ ਮਿਲੇ ਕਿਨੂੰ? ਜਲ ਕਾ ਜਲ ਹੁਆ ਰਾਮ, ਜਲ ਨੂੰ ਮਿਲੀ ਕਿਰਨ। ਸੂਰਜ ਹੈ ਪ੍ਰਕਾਸ਼, ਸੂਰਜ ਪੂਰਾ ਪ੍ਰਕਾਸ਼ ਦਾ ਭੰਡਾਰ, ਪੂਰਾ ਪ੍ਰਕਾਸ਼ ਦਾ ਭੰਡਾਰ ਹੈ ਸਤਿਗੁਰ ਜੀ। ਸਤਿਗੁਰ ਦਾ ਆਊਟ ਆਫ ਮਲਟੀ ਮਿਲੀਅਨ ਗੁਰਸਾਗਰ ਰਤਨੀ ਭਰਪੂਰੇ ਚੋਂ ਇੱਕ ਕਿਰਨ ਨਿਕਲ ਕੇ ਆਈ, ਔਰ ਅੱਜ ਮੇਰੇ ਵਾਸਤੇ ਅੱਜ ਦੇ ਟੌਪਿਕ ਵਿੱਚ ਕੁਝ ਫਿਕਸ ਅਪ ਕੀਤਾ ਜਾਏਗਾ। ਇੱਥੇ ਤੱਕ ਦੀ ਅਵਸਥਾ ਪਹੁੰਚੀ ਕਿਸ ਤਰ੍ਹਾਂ? ਪਿਛਲਾ ਛੰਤ ਪੜ੍ਹਨਾ ਪਏਗਾ। ਪਿਛਲਾ ਛੰਤ ਹੈ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, 4 ਛੰਤਾਂ ਦਾ ਸੈੱਟ ਹੈ, ਜਿਹਦੇ ਅਖੀਰ ਤੇ ਲਿਖਿਆ ਹੋਏਗਾ 4, ਫਿਰ ਪੀਰੀਅਡ ਪਾ ਕੇ 1। ਤੇ ਮੈਂ ਆਪਣੇ ਇਸ 45 ਮਿੰਟ ਦੇ ਸਮੇਂ ਦੇ ਅੰਦਰ ਆਪ ਜੀ ਨਾਲ ਇੱਕ ਪੰਕਤੀ ਨੂੰ ਪੜ੍ਹ ਕੇ ਪਿਛਲਾ ਛੰਤ ਨੂੰ ਡਿਸਕਸ ਨਹੀਂ ਕਰਾਂਗਾ। ਉਹਦਾ ਜਿਹੜਾ ਐਸੈਂਸ ਹੈ, ਐਸੈਂਸ ਕੀ ਨਿਕਲਿਆ? ਪਦਾ ਪਹਿਲਾ, ਛੰਤ ਪਹਿਲਾ। ਅਸੀਂ ਹੁਣ ਸੂਰਜ ਕਿਰਨ ਮਿਲੇ ਵਾਲੇ 3 ਛੰਤਾਂ ਦੇ ਟੋਟਲ ਮਿਲਾ ਕੇ 4 ਛੰਤਾਂ ਦੇ ਸੈੱਟ ਦੇ ਪਿੱਛੇ ਵਾਲਾ ਜਿਹੜਾ ਛੰਤ ਹੈ 4 ਪਦਿਆਂ ਦਾ, 4 ਛੰਤਾਂ ਦਾ ਇਕੱਠਾ ਸੈੱਟ, ਅਸੀਂ ਪਹਿਲਾਂ ਇਸ ਨੂੰ ਸਮਝਣ ਲੱਗਿਆ, ਕਿਉਂਕਿ ਇਹਨੂੰ ਪੜ੍ਹ ਕੇ ਜਦੋਂ ਆਵਾਂਗੇ ਫਿਰ ਅੱਜ ਦੇ ਟੌਪਿਕ ਨੂੰ ਉੱਤੋਂ ਪੜ੍ਹ ਕੇ ਪਹੁੰਚਾਂਗੇ ਤਾਂ ਪਤਾ ਲੱਗੇਗਾ ਸੂਰਜ ਕਿਰਨ ਮੇਰੇ ਜਲ ਰੂਪੀ ਪੱਥਰ ਨੂੰ, ਮੇਰੇ ਜਲ ਰੂਪੀ ਬਰਫ਼ ਨੂੰ, ਮੇਰੇ ਹਿਰਦੇ ਦੀ ਕਠੋਰਤਾ ਨੂੰ ਮਿਲੀ, ਤਾਂ ਜਲ ਕਾ ਜਲ ਹੁਆ ਰਾਮ, ਸੌਫਟਨੈਸ ਮੇਰੇ 'ਚ ਕਿਸ ਤਰ੍ਹਾਂ ਆਈ। ਵਰਨਾ ਮੈਂ ਕਠੋਰ ਹੀ ਰਹਿੰਦਾ ਸੀ, ਵਰਨਾ ਮੈਂ ਪੱਥਰ ਹੀ ਰਹਿੰਦਾ ਸੀ। ਮੈਂ ਕਈ ਜਨਮ ਪਏ, ਕਈ ਜਨਮ ਸੈਲ ਗਿਰ ਕਰਿਆ ਦੀ ਅਵਸਥਾ 'ਚ ਰਹਿੰਦਾ ਹਾਂ। ਔਰ ਸਤਿਗੁਰ ਕੋਲ ਜੋ ਨਾ ਬੈਠਣਾ ਚਾਹੁੰਦੇ ਹੋਣ ਨਾ, ਉਹਨਾਂ ਦੇ ਸਿੰਪਟਮ ਹੁੰਦੇ ਨੇ। ਉਹਨੂੰ ਕਹਿੰਦੇ ਨੇ ਜਿਨਕੇ ਚਿੱਤ ਕਠੋਰ ਹੈ ਸੇ ਬੈ ਨਾ ਸਤਿਗੁਰ ਪਾਸ। ਤੁਸੀਂ ਕਦੇ ਵੇਖ ਲੈਣਾ, ਮੈਂ ਅੱਜ ਫਸਟ ਟਾਈਮ ਇਸ ਗੁਰਦੁਆਰੇ 'ਚ ਹਾਜ਼ਰ ਹੋਇਆ। ਮੈਨੂੰ ਪਤਾ ਨਹੀਂ ਹੈ ਇੱਥੋਂ ਦੇ ਪ੍ਰਬੰਧਕ ਕੀ ਕਰਦੇ ਨੇ, ਸਾਨੂੰ ਤੇ ਬੜੇ ਪਿਆਰ ਨਾਲ ਸੱਦਿਆ ਹੈ। ਮੈਂ ਵਰਲਡ ਵਾਈਡ ਗੱਲ ਕਰ ਰਿਹਾ। ਕਦੀ ਵੀ ਨਾ ਤੁਸੀਂ ਕਿੱਥੇ ਜਾਓ,
ਉਹਨਾਂ ਅੰਦਰ ਆਣਗੇ, ਸੁਣਨਗੇ ਨਹੀਂ, ਇੰਤਜ਼ਾਮ ਵਿੱਚ ਹੀ ਲੱਗੇ ਰਹਿਣਗੇ। ਇਹੀ ਗੱਲ ਸਾਡੇ ਘਰ ਵਾਪਰਦੀ ਹੈ। ਜਦੋਂ ਅਸੀਂ ਆਪਣੇ ਘਰ ਕੋਈ ਦੀਵਾਨ ਲਗਵਾਉਂਦੇ ਹਾਂ ਨਾ, ਅਸੀਂ ਦਰੀਆਂ ਵਿਛਾਉਂਦੇ ਰਹਿੰਦੇ ਹਾਂ, ਪੱਖੇ ਲਾਉਂਦੇ ਰਹਿੰਦੇ ਹਾਂ, ਬਾਹਰ ਹਲਵਾਈ ਨਾਲ ਗੱਲ ਕਰਦੇ ਰਹਿੰਦੇ ਹਾਂ, ਆਉਣ ਵਾਲਿਆਂ ਦੇ ਜੋੜਿਆਂ ਦਾ ਬਾਹਰ ਇੰਤਜ਼ਾਮ ਕਰਦੇ ਹਾਂ, ਪਰ ਸੁਣਦੇ ਕੁਛ ਨਹੀਂ ਆ। ਉਸ ਵੇਲੇ ਅਸੀਂ ਚਿੱਤ ਕਠੋਰ ਹੋ ਜਾਂਦੇ ਹਾਂ, ਕਈ ਜਨਮ ਦੀ ਅਵਸਥਾ 'ਚ ਪੱਥਰ ਦੀ ਅਵਸਥਾ 'ਚ ਚਲੇ ਜਾਂਦੇ ਹਾਂ। ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਿਉਂ ਨਹੀਂ ਬਹਿੰਦੇ ਨੇ? ਉੱਥੇ ਸੱਚ ਵਰਤਦਾ। ਕੁੜਿਆਰਾ ਚਿੱਤ ਉਦਾਸ ਹੋ ਜਾਂਦੇ ਨੇ। ਉਹ ਫਿਰ ਬਾਣਾ ਲੱਭਦੇ ਨੇ। ਉਹ ਕਹਿੰਦੇ ਉਹ ਕਿਧਰੇ ਜਾਣਾ ਹੈ, ਉਹ ਬੱਚੇ ਨੂੰ ਪਿਕਅਪ ਕਰਨਾ ਹੈ, ਉਹ ਸਕੂਲ ਬੱਸ ਮਿਸ ਹੋ ਜਾਏਗੀ, ਹੋਮਵਰਕ ਹੈ, ਬੱਚਿਆਂ ਦਾ ਐਗਜ਼ਾਮ ਹੈ, ਕੋਈ ਨਾ ਕੋਈ ਕਹਾਣੀ ਪਾ ਕੇ ਨਿਕਲ ਜਾਣਗੇ। ਓਏ ਵੱਲ ਛਲ ਕਰ ਝੱਤ ਕੱਟਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਪੱਥਰ ਦਿਲ ਦੀਆਂ ਨਿਸ਼ਾਨੀਆਂ। ਕਿਉਂ? ਕਿਉਂਕਿ ਸਤਿਗੁਰੂ ਦਾ ਤੀਰ ਬਾਣ ਲੱਗ ਗਿਆ ਤੇ ਮੇਰਾ ਪੱਥਰ ਚੂਰ ਚੂਰ ਹੋ ਜਾਣਾ ਹੈ। ਇਹ ਅਵਸਥਾ ਬਣਦੀ ਕਿਸ ਤਰ੍ਹਾਂ ਹੈ? ਪਿਛਲੇ ਛੰਤ ਦਾ ਅਸੀਂ ਐਸੈਂਸ ਡਿਸਕਸ ਕਰਾਂਗੇ। ਪਦਾ ਪਹਿਲਾ ਛੰਤ, ਅਬਨਾਸ਼ੀ ਵਰ ਸੁਣਿਆ। ਪ੍ਰੀਤ ਪੈ ਗਈ, ਪ੍ਰੀਤ ਪੈਦਾ ਹੋ ਗਈ ਕਿ ਮੈਂ ਜਿਹੜਾ ਵਰ ਲੱਭਦੀ ਸਾਂ ਉਹ ਅਬਿਨਾਸ਼ੀ ਹੈ, ਤਾਂ ਪ੍ਰੀਤ ਪੈਦਾ ਹੋ ਗਈ। ਵਰਨਾ ਮੈਂ ਜਿਸ ਕਿਸੇ ਨੂੰ ਮਿੱਤਰ ਬਣਾਇਆ, ਉਹ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਦੋਸਤੀ ਟੁੱਟ ਜਾਂਦੀ ਹੈ, ਮਿੱਤਰਤਾ ਟੁੱਟ ਜਾਂਦੀ ਹੈ। ਸੋ ਕਾਲਡ ਬॉयਫ੍ਰੈਂਡ ਗਰਲਫ੍ਰੈਂਡ ਦੁਨੀਆ ਦੀ ਫੈਂਟੈਸੀ ਦੇ ਅੰਦਰ ਵਿਆਹ ਕਰਾਉਂਦੇ ਨੇ, 4 ਦਿਨਾਂ ਬਾਅਦ ਪਿਆਰ ਉਹਨਾਂ ਦਾ ਉੱਡ ਜਾਂਦਾ ਹੈ। ਪੂਨੇ ਅੱਜ ਤੋਂ 18 ਸਾਲ ਪਹਿਲਾਂ ਅਸੀਂ ਸੈਮੀਨਾਰ ਕੀਤਾ ਸੀ, ਸੋ ਕਾਲਡ ਲਵ ਮੈਰਿਜ। ਤਾਂ ਮੈਨੂੰ ਇੱਕ ਬੀਬੀ ਜੀ ਪੁੱਛਦੇ ਨੇ, ਸੁਣਿਆ ਕਿ ਤੁਸੀਂ ਪੂਨਾ ਸੈਮੀਨਾਰ ਕਰੋਗੇ ਲਵ ਮੈਰਿਜ ਉੱਤੇ, ਤਾਂ ਤੁਸੀਂ ਉਹਦੇ 'ਚ ਕੀ ਬੋਲਣਾ ਚਾਹੁੰਦੇ ਹੋ? ਮੈਂ ਕਿਹਾ ਕਿਉਂ, ਤੁਸੀਂ ਕੀ ਸੁਣਨਾ ਚਾਹੁੰਦੇ ਹੋ? ਜੇ ਮੈਂ ਹੱਕ 'ਚ ਬੋਲਾਂਗਾ ਤਾਂ ਤੁਸੀਂ ਮੇਰੇ ਨਾਲ ਹੁਣੇ ਲੜਨ ਲੱਗ ਪਓਗੇ, ਜਾਂ ਜੇ ਮੈਂ ਉਹਦੀ ਆਪੋਜੀਸ਼ਨ ਕਰਾਂਗਾ ਤਾਂ ਲੜਨ ਲੱਗ ਪਓਗੇ। ਤਾਂ ਉਹ ਕਹਿੰਦੇ ਨਹੀਂ, ਮੇਰਾ ਨਾ ਇੱਕ ਸੈਂਟੈਂਸ ਸੰਗਤਾਂ ਨੂੰ ਸੁਣਾ ਦੇਣਾ, ਮੈਂ ਸਰਦਾਰਨੀ ਨਹੀਂ ਹਾਂ। ਮੇਰਾ ਨਾ ਇੱਕ ਸੈਂਟੈਂਸ ਸੰਗਤਾਂ ਨੂੰ ਸੁਣਾ ਦੇਣਾ ਕਿ ਇਹ ਜਿਹੜੀ ਸੋ ਕਾਲਡ ਲਵ ਮੈਰਿਜ ਹੈ ਨਾ, ਇਹਦਾ ਫਾਇਦਾ ਕੁਛ ਨਹੀਂ ਹੁੰਦਾ। ਜਿਹੜਾ ਲਵ ਲਾਈ ਹੁੰਦੀ ਹੈ ਨੌਜਵਾਨਾਂ ਨੇ, ਕਹਿੰਦੀ ਮੈਂ ਉਹਦੀ ਵਿਕਟਿਮ ਹਾਂ, ਮੈਂ ਲਵ ਮੈਰਿਜ ਕੀਤੀ ਸੀ, ਲੇਕਿਨ 4 ਦਿਨਾਂ ਬਾਅਦ ਲਵ ਵਿੰਡੋ ਤੋਂ ਬਾਹਰ ਚਲਾ ਜਾਂਦਾ। ਇਹ ਉਹ ਦੱਸ ਰਹੀ ਹੈ ਜਿਹੜੀ ਇਸ ਨਰਕ ਚੋਂ ਲੰਘੀ ਹੈ। ਕਹਿੰਦੀ ਮੈਂ ਆਪਣੇ ਬੇਟੇ ਨੂੰ ਕਦੇ ਅਲਾਉ ਨਹੀਂ ਕਰਾਂਗੀ ਕਿ ਉਹ ਲਵ ਮੈਰਿਜ ਵਿੱਚ ਪਵੇ। ਸੋ ਅਸੀਂ ਜਿਹੜਾ ਮਿੱਤਰਤਾ ਲੱਭਦੇ ਹਾਂ ਉਹ ਬਿਨਸ ਜਾਂਦੀ ਹੈ। ਅਸੀਂ ਮਿੱਤਰਤਾ ਆਪਣੇ ਮਨ ਦੇ ਨਾਲ ਵੀ ਕਰਦੇ ਹਾਂ, ਮਨ ਵੀ ਆਪਣਾ ਰੰਗ ਬਦਲ ਜਾਂਦਾ ਹੈ। ਜਦੋਂ ਮਨ ਨੂੰ ਸੱਚ ਮਿਲ ਜਾਏ ਤਾਂ ਮਨ ਆਪਣਾ ਰਸਤਾ ਛੱਡਦਾ ਹੈ। ਅਸ ਜਿਸ ਅਵਗੁਣ ਯਾਰੇ ਮਨ ਦੇ ਨਾਲ ਦੋਸਤੀ ਪਾਉਂਦੇ ਹਾਂ ਨਾ, ਜੇ ਉਸ ਨੂੰ ਵੀ ਸਤਿਗੁਰ ਦੀ ਮੱਤ ਸੁਣਾਈ ਦੇ ਜਾਏ ਨਾ, ਉਹ ਜਿਹੜੀ ਆਪਣੀ ਤੂਤੀ ਨੌਬਤ ਵਜਾਉਂਦਾ ਨਾ, ਇਸ ਨੂੰ ਛੋੜ ਦਿੰਦਾ ਹੈ। ਇਤਨਕ ਖੱਟੀਆ, ਉਹਨੇ ਜੋ ਕੁਝ ਗੰਦ ਇਕੱਠਾ ਕੀਤਾ ਹੁੰਦਾ ਨਾ, ਗਠੀਆ ਗੰਠੜੀ ਬਣਾ ਕੇ ਸਿਰ ਤੇ ਚੁੱਕੀ ਹੁੰਦੀ, ਮੱਟੀਆ ਸਭ ਮਿੱਟੀ, ਕਿਉਂਕਿ ਉਹਨੂੰ ਸਮਝ ਆ ਜਾਂਦਾ ਹੈ ਰੱਬ ਜੀ ਦੇ ਦਰ ਤੇ ਮੈਂ ਕੂੜ ਇਕੱਠੀ ਕਰਕੇ ਨਾਲ ਕੁਛ ਨਹੀਂ ਲਿਜਾ ਸਕਦਾ, ਸੰਗ ਨਾ ਕੱਛ ਲੈ ਜਾਏ। ਇਹਦੇ ਨਾਲ ਵੀ ਜੇ ਮਿੱਤਰਤਾ ਪਾਣੀ ਹੈ ਤਾਂ ਪਹਿਲਾਂ ਇਹਨੂੰ ਅਵਿਨਾਸ਼ੀ ਵਰ ਦੀ ਲੋੜ ਪਏਗੀ। ਇਹਨੂੰ ਜਿਹੜਾ ਇਟਰਨਲ ਗੋਡ ਹੈ, ਜਿਹੜਾ ਕਦੇ ਨਹੀਂ ਮਰਦਾ, ਉਹਦੇ ਨਾਲ ਇਹਦੀ ਦੋਸਤੀ ਪਾਉਣੀ ਪਏਗੀ ਮਨ ਨੂੰ। ਇਸ ਕਰਕੇ ਮਨ ਨੂੰ ਹੀ ਕਹਿਣਾ ਪੈਂਦਾ, ਓਏ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਮਨ ਨੂੰ ਕਹਿਣਾ ਪੈਂਦਾ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ। ਅੱਖੀਂ ਤਾਰ ਲਗਨ, ਅੱਖੀਂ ਤਾਰ ਲਗਨ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਸੁਣ ਸਾਜਨ ਪ੍ਰੇਮ ਸੰਦੇਸ਼। ਮਨ ਨੂੰ ਕਿਹਾ ਜਾ ਰਿਹਾ, ਓਏ ਮੇਰੇ ਸੱਜਣ, ਅੰਦਰ ਰੱਬ ਜੀ ਵਸਦੇ ਨੇ, ਉਹਨਾਂ ਦਾ ਪ੍ਰੇਮ ਸੰਦੇਸ਼ ਰਾ ਸੁਣ ਨਾ। ਮੈਨੂੰ ਕਿਉਂ ਤੂੰ ਦੁਖੀ ਕੀਤਾ ਹੋਇਆ? ਆਪਣੀ ਮਨ ਕੀ ਮਤ ਕਰਦਾ ਹੈ,
ਭੈੜੇ ਖਿਆਲ ਮੈਨੂੰ ਸਿਖਾਉਂਦਾ ਹੈ, ਗੰਦੀਆਂ ਆਦਤਾਂ ਮੇਰੇ ਕੋਲੋਂ ਕਰਾਉਂਦਾ ਹੈ, ਟੈਂਪਟਿੰਗ ਕਰਾਉਂਦਾ ਹੈ। ਮੈਂ ਅਟਰੈਕਟ ਹੁੰਦਾ ਤੇਰੀਆਂ ਭੈੜੀਆਂ ਗੱਲਾਂ ਸੁਣ ਕੇ। ਮੈਂ ਕਹਿੰਦਾ ਫਲਾਣੇ ਨੂੰ ਚੁੱਪ ਕਰਾ ਦਿਓ, ਮੈਂ ਕਹਿੰਦਾ ਹਾਂ ਫਲਾਣੇ ਨੂੰ ਉੱਚਾ ਬੋਲ ਕੇ ਚੁੱਪ ਕਰਾ ਦਿਓ, ਮੈਂ ਕਹਿੰਦਾ ਕੋਈ 2 ਗਾਲਾਂ ਕੱਢਿਓ ਉਹਨੂੰ 4 ਕੱਢੋ। ਇਹ ਸਾਰਾ ਮਨ ਤੂੰ ਮੈਨੂੰ ਕਹਿੰਦਾ ਔਰ ਮੈਂ ਪ੍ਰੈਕਟਿਸ ਕਰੀ ਜਾਂਦਾ, ਤੂੰ ਮੈਨੂੰ ਡਰੈਗ ਕਰੀ ਜਾਂਦਾ। ਸੁਣ ਸਾਜਨ, ਓਏ ਮੇਰੇ ਮਨ ਸਾਜਨ, ਪ੍ਰੇਮ ਸੰਦੇਸ਼ ਨਾ ਸੁਣ। ਸੋ ਜਦੋਂ ਮੱਤ ਨੂੰ ਅਬਨਾਸ਼ੀ ਵਰ ਸੁਣਾਈ ਦਿੱਤਾ ਨਾ, ਪ੍ਰੀਤ ਪੈ ਗਈ ਕਿ ਉਸਨੂੰ ਕਿਸ ਤਰ੍ਹਾਂ ਮਿਲੀ, ਹਾਊ ਟੂ ਮੀਟ ਗਾਡ। ਸੋ ਲੜ ਲੱਗਣ ਦੀ ਤਾਂਗ ਪਹਿਲੇ ਪਦੇ 'ਚ ਦੱਸੀ ਹੈ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, ਇਹਦੇ ਵਿੱਚ ਮਿਲਣ ਦੀ। ਦੂਸਰਾ ਪਦਾ ਸ਼ੁਰੂ ਹੈ, ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ। ਦੂਸਰੇ ਪਦੇ 'ਚ ਪਤਾ ਲੱਗਾ ਕਿ ਵਰਚੂਜ਼ ਦੇ ਨਾਲ, ਚੰਗੇ ਗੁਣਾਂ ਨਾਲ ਉਸ ਦੇ ਘਰ ਵਿੱਚ ਪ੍ਰਾਪਤੀ ਕੀਤੀ ਜਾ ਸਕਦੀ ਹੈ। ਚੰਗੇ ਗੁਣ ਉਹਦੇ ਘਰ ਵਿੱਚ ਮਿਲਦੇ ਨੇ। ਖੋਜੀ ਲੱਭਦਾ ਹੈ, ਉਹਨੂੰ ਇੱਥੇ ਆਇਆ ਖੋਜੀ, ਖੋਜ ਲੱਦਾ ਹਰ ਸੰਤਨ ਪਾਹਾ ਰਾਮ। ਜੋ ਇਨਸਾਨ ਚੰਗੇ ਗੁਣ ਲੱਭਦਾ ਹੈ ਨਾ, ਉਹ ਮੂਰਖ ਕੋਲੋਂ ਵੀ ਸਿੱਖ ਸਕਦਾ ਹੈ। ਪਰ ਜਿਸਨੇ ਚੰਗੇ ਗੁਣ ਛੱਡਨੇ ਨੇ, ਉਹਨੂੰ ਕਹਿੰਦੇ ਨੇ ਲੋਕ ਅਵਗੁਣਾ ਕੀ ਬੰਨਾ, ਗੰਠੜੀ ਗੁਣ ਨਾ ਵਿਹਾਜੇ ਕੋਈ। ਅਸੀਂ ਚਾਰੋਂ ਪਾਸੋਂ ਨਾ ਅਵਗੁਣ ਇਕੱਠੇ ਕਰਦੇ ਹਾਂ। ਬਹੁਤ ਦੁਨੀਆ ਮੈਂ ਦੇਖੀ ਜਿਹੜੇ ਕਹਿੰਦੇ ਨੇ ਨਹੀਂ ਨਹੀਂ ਅਸੀਂ ਤੇ ਨਾ ਸੀਰੀਅਲ ਸਿਰਫ ਟਾਈਮ ਪਾਸ ਕਰਨ ਵਾਸਤੇ ਦੇਖ ਰਹੇ ਹਾਂ, ਬਟ ਵੈਨ ਦੇ ਪ੍ਰੈਕਟਿਸ the evils borrowed from the serial। ਮੈਂ ਬੜੀਆਂ ਨੂੰਹਾਂ ਨੂੰ ਵੇਖਿਆ, ਮੈਂ ਬੜੀਆਂ ਸੱਸਾਂ ਨੂੰ ਵੇਖਿਆ, ਦੇਖਦੀਆਂ ਸੀਰੀਅਲ ਹਨ, ਪਰ ਸੀਰੀਅਲ 'ਚੋਂ ਮੰਦੀਆਂ ਟ੍ਰਿਕਸ ਪਕੜਦੀਆਂ ਨੇ ਕਿ ਆਪਣੀ ਨੂੰਹ ਨੂੰ ਜਾਂ ਸੱਸ ਨੂੰ ਤੰਗ ਕਿਵੇਂ ਕਰੀਏ। ਪਤਾ ਹੀ ਨਹੀਂ ਲੱਗਦਾ ਮਨ ਕਦੋਂ ਬੋਰੋ ਕਰ ਲੈਂਦਾ, ਮੈਗਨੇਟ ਵਾਂਗੂ, ਚੁੰਬਕ ਵਾਂਗੂ ਭੈੜੇ ਖਿਆਲ ਬੋਰੋ ਕਰ ਲੈਂਦਾ। ਸੋ ਪਤਾ ਲੱਗਾ ਕਿ ਰੱਬ ਜੀ ਦੇ ਘਰ ਵਿੱਚ ਵਰਚੂਜ਼ ਹਨ, ਚੰਗੇ ਗੁਣ ਹਨ, ਖੋਜੀ ਲੱਭਦਾ ਹੈ। ਫਾਈਨਲੀ ਪਤਾ ਲੱਗਾ ਬੇਅੰਤ ਵਰਚੂਜ਼ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਤੇਰੇ ਘਰ ਵਿੱਚ ਰੱਬੀ ਗੁਣਾਂ ਦੀ ਸਿਫਤਾਂ ਦਾ ਭੰਡਾਰ ਹੈ। ਤੁਸੀਂ ਮੋਰਲਸ ਸਿਖਾਉਂਦੇ ਹੋ, ਤੁਸੀਂ ਆਈਡੀਅਲਸ ਸਿਖਾਉਂਦੇ ਹੋ, ਤੁਸੀਂ ਵਰਚੂਜ਼ ਸਿਖਾਉਂਦੇ ਹੋ। ਸੋ ਹੰਬਲੀ ਰਿਕੁਐਸਟ ਕੀਤੀ ਜਾ ਰਹੀ ਹੈ, ਮਨੂੰ ਵਰਚੂਜ਼ ਬਖਸ਼ੋ। ਛੰਤ ਤੀਜਾ, ਵਰਚੂਜ਼ ਨਾਲ ਪਤਾ ਲੱਗਾ ਜੇਕਰ ਅਵਗੁਣ ਛੱਡੋ, ਅਵਗੁਣ ਮੀਨਸ ਫਲॉज, ਵਾਈਸਿਸ। ਅਵਗੁਣ ਮੀਨਸ ਆਪਣੀਆਂ ਕਮੀਆਂ, ਅਵਗੁਣ ਮੀਨਸ ਆਪਣੀਆਂ ਡੈਫੀਸ਼ੈਂਸੀਜ਼। ਸਾਡੇ 'ਚੋਂ ਕੋਈ ਸੁਣਨਾ ਵੀ ਨਹੀਂ ਚਾਹੁੰਦਾ ਆਪਣੇ ਅਵਗੁਣ, ਛੱਡਣ ਤੇ ਬਹੁਤ ਦੂਰ ਦੀ ਗੱਲ ਹੈ। ਪਤਾ ਲੱਗਾ ਜੇ ਅਵਗੁਣ ਛੱਡੋ, ਗੁਣਾ ਕੋ ਧਾਵੋ ਕਰੋ, ਤਾਂ ਕੀ ਹੁੰਦਾ, ਵਰਚੂਜ਼ ਨਾਲ ਜੇ ਜੀਵੋ ਤਾਂ ਮਿਲਾਪ ਮਸਟ। ਪਰ ਅਵਗੁਣ ਛੱਡਣ ਦੀ ਅਕਲ ਲੈਣੀ, ਚੰਗੇ ਗੁਣਾਂ ਦੀ ਮੱਤ ਲੈਣੀ, ਮੀਨਸ ਅੰਦਰ ਤਾਂਗ ਪੈਦਾ ਹੋਈ ਹੈ ਰੱਬੀ ਮਿਲਾਪ ਦੀ। ਉਹਨੂੰ ਬਾਣੀ 'ਚ ਕਹਿੰਦੇ ਨੇ, ਜਿਤ ਦਿਹਾੜੈ ਤਨ ਵਰੀ, ਸਾਹਿਲ ਲਿਖਾਏ। ਜਿਤ ਦਿਹਾੜੈ ਤਨ ਵਰੀ, ਸਾਹਿਲ ਲਿਖਾਏ। ਮਲਕ ਜੇ ਕੰਨੀ ਸੁਣੀਦਾ, ਮਲਕ ਜੇ ਕੰਨੀ ਸੁਣੀਦਾ, ਮੂੰਹ ਦਿਖਾ ਲੈ ਆਏ, ਮੂੰਹ ਦਿਖਾ ਲੈ। ਜਿਤ ਦਿਹਾੜੈ ਤਨ ਵਰੀ,
ਸਾਹਿਲ ਲਿਖਾਏ। ਗੁਰੂ ਪਾਤਸ਼ਾਹ ਪਤਾ ਕੀ ਕਹਿ ਰਹੇ ਨੇ ਫਰੀਦ ਜੀ ਦੀ ਰਸਨਾ ਤੋਂ? ਕਹਿੰਦੇ ਨੇ ਜਿਸ ਦਿਨ ਤੇਰੇ ਅੰਦਰ ਤਾਂਘ ਪੈਦਾ ਹੋ ਗਈ ਨਾ ਕਿ ਮੈਂ ਚੰਗੇ ਗੁਣ ਲੈਣੇ ਨੇ, ਅਵਗੁਣ ਛੱਡਣੇ ਨੇ, ਉਸ ਦਿਨ ਤੇਰਾ ਸਾਹਾ ਲਿਖਿਆ ਗਿਆ। ਉਸ ਦਿਨ ਸ਼ੋਰ ਸ਼ਾਰਟ ਯੂਰ ਜਰਨੀ ਸਟਾਰਟਸ। ਰੱਬੀ ਮਿਲਨ ਦੀ ਅਵਸਥਾ ਵੱਲ ਤੇਰੀ ਟੋਰ ਸ਼ੁਰੂ ਹੋ ਗਈ। ਜਿਤ ਦਿਹਾੜੇ ਧਨ ਵਰੀ, ਸਾਹੇ ਲੈ ਲਿਖਾਏ। ਰਿਸ਼ਤਾ ਪੱਕਾ। ਹੁਣ ਵਿਆਹ ਜ਼ਰੂਰ ਹੋਏਗਾ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ। ਜਦੋਂ ਸਾਡੇ ਘਰਾਂ ਵਿਚਕਾਰ ਇਹ ਵਾਲੀ ਮੱਤ ਦਾ ਚੋਲਾ ਪਾਇਆ ਜਾਏ ਨਾ, ਸਤਿਗੁਰ ਦੀ ਮੱਤ ਦਾ, ਤਾਂ ਉਹਨੂੰ ਕਹਿੰਦੇ ਨੇ ਹੁਣ ਮਿਲਾਪ ਦਾ ਸਮਾਂ ਜ਼ਰੂਰ ਆਏਗਾ। ਸਾਡੇ ਘਰਾਂ ਵਿੱਚ ਜਦੋਂ ਵਿਆਹ ਹੁੰਦਾ ਹੈ ਤਾਂ ਕੁੜੀ ਵਾਲੇ ਨੂੰ ਮੁੰਡੇ ਵਾਲੇ ਆ ਕੇ ਇੱਕ ਚੋਲਾ ਦਿੰਦੇ ਨੇ, ਉਹਦਾ ਨਾਂ ਵਰੀ ਹੁੰਦਾ ਹੈ। ਔਰ ਉਸ ਨੂੰ ਕਹਿੰਦੇ ਨੇ ਜਿਸ ਦਿਨ ਮਿਲਾਪ ਦਾ ਦਿਨ ਹੋਏਗਾ, ਵਿਆਹ ਵਾਲਾ ਦਿਨ, ਉਸ ਦਿਨ ਇਹ ਵਾਲਾ ਚੋਲਾ ਤੁਸੀਂ ਪਾਣਾ ਹੈ, ਵਰੀ ਵਾਲਾ ਕੱਪੜਾ, ਵਰੀ ਵਾਲੀ ਯੂਨੀਫਾਰਮ ਇਹ ਪਾਣੀ ਹੈ। ਉਹਨੂੰ ਵਰੀ ਵਾਲਾ ਕਹਿੰਦੇ ਨੇ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ। ਫਿਰ ਉਹ ਜਦੋਂ ਪਾ ਲੈਂਦਾ ਔਰ ਮਿਲਾਪ ਹੋ ਜਾਂਦਾ ਤਾਂ ਉਹ ਕਹਿੰਦੇ ਅਬ ਘੂੰਘਟ ਹਟਾਓ, ਚਿਹਰਾ ਦਿਖਾਓ। ਜੇ ਤੂੰ ਇੱਕ ਵਾਰੀ ਧਾਰ ਲਵੇਂ ਨਾ ਕਿ ਮੈਂ ਅਵਗੁਣ ਛੱਡਣਾ ਚਾਹੁੰਦਾ ਹਾਂ, ਅਵਗੁਣ ਛੋੜਨ ਬਾਰੇ ਅਕਲ ਕੌਣ ਦੇਵੇ, ਮੈਂ ਗੁਣ ਲੈਣਾ ਚਾਹੁੰਦਾ ਹਾਂ, ਗੁਣ ਗ੍ਰਹਿਣ ਕਰਨ ਦੀ ਅਕਲ ਕੌਣ ਦੇਵੇ, ਉਸ ਦਿਨ ਤੇਰੀ ਜਰਨੀ ਸਟਾਰਟਸ। ਔਰ ਤੂੰ ਅਵਗੁਣ ਛੋੜਦਾ ਜਾਏਗਾ, ਗੁਣ ਲੈਂਦਾ ਜਾਏਗਾ, ਰੱਬ ਨਾਲ ਮਿਲਨ ਮਸਟ। ਸੋ ਫਾਈਨਲੀ ਪਤਾ ਲੱਗਾ ਵਰਚੂਜ਼ ਨਾਲ ਜੇ ਜੀਵੋ ਤਾਂ ਮਿਲਾਪ ਮਸਟ ਹੁੰਦਾ ਹੈ। ਜੋ ਵਰਚੂਜ਼ ਹੀ ਮਿਲਾਪ ਦਾ ਕਾਰਨ ਬਣਦੀਆਂ ਨੇ, ਕਾਮਯਾਬੀ ਪ੍ਰਾਪਤ ਹੁੰਦੀ ਹੈ। ਮੀਨਸ ਚੰਗੇ ਗੁਣਾਂ ਨੂੰ ਅਮਲੀ ਤੌਰ ਤੇ ਜੀਣਾ। ਪਦਾ ਚੌਥਾ, ਭਵਨ ਸੁਹਾਵੜਾ, ਘਰ ਸੁੰਦਰ ਬਣ ਜਾਂਦਾ ਹੈ। ਕਦੋਂ? ਜਦੋਂ ਚੰਗੇ ਗੁਣਾਂ ਨਾਲ ਜੀਂਦੇ ਆ। ਇਹ ਮਨ ਸੁੰਦਰ ਆਪਣਾ ਜਦੋਂ ਬਣਾਉਂਦੇ ਆ ਨਾ ਤਾਂ ਸਾਡਾ ਇਹ ਘਰ ਸੁੰਦਰ ਬਣਦਾ ਜਾਂਦਾ ਹੈ। ਅਸੀਂ ਘਰ ਬਾਹਰੋਂ ਸੁੰਦਰ ਬਣਾਉਂਦੇ ਹਾਂ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾਵਨੀ ਰਹਿਣ ਸਖਣੀਆਂ। ਅੰਦਰ ਤੇ ਅਸੀਂ ਰਹਿੰਦੇ ਹੀ ਨਹੀਂ। ਬੜਾ ਸੁੰਦਰ ਘਰ ਬਣਾਈਏ, ਚਾਰੋਂ ਪਾਸੇ ਗ੍ਰੇਨਾਈਟ ਸਟੋਨ ਲਗਾਈਏ, ਹੀਰੇ ਜਵਾਹਰਾਤ ਲਗਾ ਦਈਏ, ਲੇਕਿਨ ਜੇ ਅਸੀਂ ਘਰ ਅੰਦਰ ਪ੍ਰੈਜ਼ੈਂਟ ਨਾ ਰਹੀਏ ਤਾਂ ਉਹਨੂੰ ਕਹਿੰਦੇ ਨੇ ਐਸਾ ਘਰ ਤੇ ਢੱਠਣ ਯੋਗ ਹੈ, ਯੂਸਲੈਸ ਪ੍ਰਾਪਰਟੀ ਹੈ ਅੰਪਾਇਰ ਸਾਰੀ, ਤੂੰ ਤੇ ਅੰਦਰ ਮਾਲਕ ਰਹਿੰਦਾ ਹੀ ਨਹੀਂ। ਅਸੀਂ ਕਿਸ ਤਰ੍ਹਾਂ ਨਹੀਂ ਰਹਿੰਦੇ? ਅਸੀਂ ਆਪਣੀ ਸਾਰੀ ਲੀਪਾ ਪੋਚੀ ਕਰਦੇ ਹਾਂ, ਸਾਰੀ ਕਸਮੈਟਿਕਸ ਲਾਉਂਦੇ ਹਾਂ, ਵਧੀਆ ਕੱਪੜੇ ਪਾਉਂਦੇ ਹਾਂ, ਪਰ ਇਸ ਘਰ ਵਿੱਚ ਨਹੀਂ ਰਹਿੰਦੇ। ਪਤਾ ਕਦੋਂ? ਵੈਨ ਵੀ ਟਾਕ ਅਬਾਊਟ ਅਦਰਸ। ਜਦੋਂ ਅਸੀਂ ਦੂਜਿਆਂ ਦੇ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਹਾਂ, ਆਪਣੇ ਘਰ ਚੋਂ ਨਿਕਲ ਜਾਂਦੇ ਹਾਂ ਤਾਂ ਅਸੀਂ ਮਰ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਬਾਰ ਪਰਾਏ ਬੈਸ ਨਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਕਸੀ ਜੀਓ ਸ਼ਰੀਰੋ ਲੈ। ਮੀਨਸ ਮੋਏ ਦੇ ਬਰਾਬਰ ਵੈਨ ਯੂ ਆਰ ਟਾਕਿੰਗ ਅਬਾਊਟ ਅਦਰਸ, ਵੈਨ ਯੂ ਆਰ ਲੁਕਿੰਗ ਐਟ ਅਦਰਸ। ਉਹਨੂੰ ਕਬੀਰ ਜੀ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਣੇ, ਤਿਨ ਕੋ ਦੇਖ ਕਬੀਰ ਲਜਾਣੇ। ਲੱਜਾ ਆਉਂਦੀ ਹੈ ਕਿ ਤੂੰ ਦੂਜਿਆਂ ਦੇ ਘਰ ਹੀ ਤੱਕਦਾ ਰਹਿਣਾ, ਦੂਜਿਆਂ ਦੇ ਬੂਹੇ ਤੇ ਹੀ ਬੈਠਾ ਰਹਿਣਾ। ਪਿੱਛੇ ਆਸਟ੍ਰੇਲੀਆ ਤੋਂ ਕੋਈ ਸਾਡੇ ਘਰ ਆਇਆ, ਅਸੀਂ ਪਿਛਲੇ 4 ਸਾਲਾਂ ਤੋਂ ਆਸਟ੍ਰੇਲੀਆ ਪ੍ਰੋਗਰਾਮ ਕਰਨ ਜਾ ਰਹੇ ਹਾਂ। ਕਹਿੰਦੇ ਯਾਰ ਕਈ ਵਾਰੀ ਨਾ ਭੁਪਿੰਦਰ ਸਿੰਘ ਜੀ ਤੁਸੀਂ ਵੀ ਅਮਰੀਕਾ ਰਹਿੰਦੇ ਹੋ, ਲੇਕਿਨ ਤੁਸੀਂ ਇੰਡੀਆ ਆ ਕੇ ਇੱਕ ਗੱਲ ਨੋਟ ਕੀਤੀ, ਨਾਲ ਦੇ ਮਹੱਲੇ ਵਾਲੇ ਨਾ ਨੋਟ ਕਰਦੇ ਇਹਨਾਂ ਦੇ ਘਰ ਬਾਰ-ਬਾਰ ਕੌਣ ਆਉਂਦਾ ਹੈ, ਇਹਨਾਂ ਦੇ ਘਰ ਜਵਾਈ ਹੋਇਆ ਹੈ, 15 ਦਿਨਾਂ ਦਾ ਰਹਿੰਦਾ ਕਿਉਂ ਪਿਆ ਹੈ, ਨਾ ਇਹ ਸਬਜ਼ੀ ਖਾਂਦੇ ਨੇ ਕਿ ਆਏ ਦਿਨ ਕੀ ਖਾਂਦੇ ਨੇ, ਇਹ ਕਮਾਈਆਂ ਕੀ ਕਰਦੇ ਨੇ। ਲੋਕੀ ਨੇ ਇੱਕ ਦੂਜੇ ਦੇ ਘਰ ਹੀ ਫਰੋਲਦੇ ਰਹਿੰਦੇ ਨੇ। ਉਹਦੇ ਘਰ ਦੇ ਅੰਦਰ ਹਾਂਡੀ ਅੰਦਰ ਚੜਿਆ ਕੀ ਹੈ, ਮਹਿਮਾਨ ਕਿਤਨੇ ਆਏ ਨੇ, ਇਹੀ ਲੱਗਾ ਰਹਿੰਦਾ। ਬੀਬੀਆਂ ਵੀ ਇਹੀ ਡਿਸਕਸ ਕਰਦੀਆਂ, ਜੇ ਆਈ ਹੈ ਤਾਂ ਨਵਾਂ ਸੂਟ ਪਾ ਕੇ ਆਈ ਹੈ, ਇਹਦੇ ਘਰ ਵਾਲਿਆਂ ਨੇ ਪਤਾ ਨਹੀਂ ਕਿੰਨੀ ਬਲੈਕ ਦੀ ਮੰਨੀਆਂ ਨੂੰ ਸੂਟ ਦੇ ਦਿੱਤਾ ਹੈ। ਜੇ ਉਹ ਸੂਟ ਬਦਲ ਕੇ ਨਹੀਂ ਆਉਂਦੀ, ਇਹਦੇ ਘਰ ਵਾਲੇ ਪਤਾ ਨਹੀਂ ਕਿੰਨੇ ਕੰਜੂਸ ਨੇ, ਇਹਨੂੰ ਸੂਟ ਨਹੀਂ ਦਿੰਦੇ। ਟਾਕਿੰਗ ਸਿਟਿੰਗ ਇਨ ਗੁਰਦੁਆਰਾ। ਔਰ ਇਹ ਗੱਲਾਂ ਮੈਨੂੰ ਇਸਤਰੀ ਸਤਸੰਗ ਵਿੱਚ ਬੀਬੀਆਂ ਸੁਣਾਉਂਦੀਆਂ ਸਨ ਜਦੋਂ ਮੈਂ ਨਿੱਕਾ ਕਾਕਾ ਸੀ। ਕਹਿੰਦੀਆਂ ਬੀਬੀਆਂ ਹੀ ਗੱਲਾਂ ਕਰਦੀਆਂ ਰਹਿੰਦੀਆਂ, ਤੂੰ ਮੰਗਲਵਾਰ ਆਇਆ ਕਰ, ਚੁੱਪ ਕਰਕੇ ਸ਼ਬਦ ਪੜ੍ਹ ਕੇ ਚਲਾ ਜਾਇਆ ਕਰ। ਦਿਸ ਇਜ਼ ਰਿਐਲਿਟੀ, ਫੈਕਟ।
ਅਸੀਂ ਦੂਸਰਿਆਂ ਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਇਹਨੂੰ ਬਾਰ ਪਰਾਏ ਬੈਸਣਾ ਕਹਿੰਦੇ ਨੇ। ਦੂਜਿਆਂ ਦੇ ਘਰ 'ਚ ਬੈਠੇ ਰਹਿਣਾ, ਆਪਣੇ ਘਰ ਨੂੰ ਸਜਾਉਂਦੇ ਰਹਿਣਾ, ਲੇਕਿਨ ਆਪਣੇ ਘਰ ਅੰਦਰ ਰਹਿਣਾ ਨਾ, ਠੱਠੀਆਂ ਕੰਮ ਨਾ ਆਵਣੀ। ਸੂਰਜ ਕਿਰਨ ਮਿਲੇ ਦੀ ਅਵਸਥਾ ਨਹੀਂ ਅੱਜ ਬਣੇਗੀ। ਸੂਰਜ ਕਿਰਨ ਮਿਲੇ ਦੀ ਅਵਸਥਾ ਬਣਦੀ ਹੈ ਜੇ ਚੰਗੇ ਗੁਣਾਂ ਨਾਲ ਜੀਓ, ਚੰਗੇ ਗੁਣਾਂ ਨਾਲ ਆਪਣਾ ਘਰ ਬਣਾਓ, ਗੁਰੂ ਦੀ ਰਾਹੀਂ ਮਨ ਰੂਪੀ ਪ੍ਰਭ ਨੂੰ ਘਰ ਅੰਦਰ ਪ੍ਰਾਪਤ ਕਰੀਏ ਤਾਂ ਆਸ ਪੂਰੀ ਹੁੰਦੀ ਹੈ। ਆਸ ਕਦੋਂ ਪੂਰੀ ਹੁੰਦੀ ਹੈ? ਮੈਂ ਸੋਚਿਆ ਸੀ ਕਿ ਮੇਰੀ ਦੁਰਮਤ ਦੂਰ ਕਰ ਦਿਓ ਔਰ ਮੇਰੀ ਮੈਨੂੰ ਚੰਗੇ ਗੁਣ ਦੇ ਦਿਓ। ਸੋ ਦੁਰਮਤ ਗੌਣ ਆਖੀਰ ਵਿੱਚ ਕਹਿੰਦੇ ਨੇ ਪਦੇ 4 ਵਿੱਚ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਣੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਕੰਤ ਵਿਛੁੰਨਿਆ। ਮੈਂ ਚੰਗੇ ਚੰਗੇ ਗੁਣਾਂ ਦੀ ਨਮਰਤਾ ਨਾਲ ਲੈਂਦਾ ਹਾਂ। ਆਨੰਦ ਆਨੰਦਿਨ ਵਜੇ ਵਾਜੇ ਅਹੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸੁਆਮੀ ਸਤਸੰਗ ਲਿਵ ਲਾਗੀ। ਸੋ ਦੁਰਮਤ ਚਲੀ ਗਈ, ਵਰਚੂਜ਼ ਦਾ ਸੁਭਾਅ ਪੱਕ ਗਿਆ, ਪਰਦੇਸੀ ਮਨ ਘਰ ਆ ਗਿਆ। ਔਰ ਜਦੋਂ ਮਨ ਸਾਡਾ ਘਰ ਆ ਜਾਂਦਾ ਨਾ, ਸਾਨੂੰ ਅੰਦਰ ਵਸਦੇ ਰੱਬ ਜੀ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਕਿਉਂ? ਕਿਉਂਕਿ ਬਾਣੀ ਕਹਿੰਦੀ ਹੈ ਅਗੰਮ ਰੂਪ ਕਾ ਮਨ ਮੈਂ ਥਾਨਾ। ਜਿਸ ਰੱਬ ਨੂੰ ਤੁਸੀਂ ਬਾਹਰ ਗੱਲਾਂ ਕਰਦੇ ਹੋ, ਓਏ ਨੀਲੀ ਛਤਰੀ ਵਾਲੇ, ਓਏ ਉੱਪਰ ਵਾਲੇ ਨੀਚੇ ਕਬ ਆਏਗਾ? ਉਹ ਉੱਪਰ ਨਹੀਂ ਕਿਧਰੇ ਰਹਿੰਦਾ, ਇੱਥੇ ਰਹਿੰਦਾ ਹੈ। ਇਹ ਗੁਰਮਤ ਦਾ ਪੱਕਾ ਅਸੂਲ ਹੈ ਕਿ ਗੁਰਮਤ ਕਹਿੰਦੀ ਹੈ ਫਰੀਦਾ ਜੰਗਲ ਜੰਗਲ ਕਿਆ ਭਾਵੇਂ ਮਣਕੰਡਾ ਮੋੜੇ ਵਸੀਰਾ ਵੀ ਹਰਿਆਲੀ ਹੈ ਜੰਗਲ ਕਿਆ ਢੂੰਡੇ, ਬਾਹਰ ਕੀ ਲੱਭਣ ਜਾਣਾ ਹੈ। ਜਿਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹ ਅੱਜ ਵੀ ਤੀਰਥਾਂ ਤੇ ਜਾ ਰਹੇ ਹਨ, ਉਹ ਅੱਜ ਵੀ ਤੀਰਥਾਂ ਤੇ ਨਹਾਉਣ ਜਾ ਰਹੇ ਨੇ, ਨੰਗੇ ਪੈਰ ਜਾ ਰਹੇ ਨੇ, ਲੇਟ ਕੇ ਜਾ ਰਹੇ ਨੇ। ਆਪਣਾ ਮੰਨ ਲਿਆ ਇਸ ਤਰ੍ਹਾਂ ਕਰੋ ਤਾਂ ਪੂਰਾ ਕੱਦ 5 ਫੁੱਟ ਹੁੰਦਾ, ਪੂਰਾ ਜ਼ਮੀਨ ਤੇ ਲੇਟ ਕੇ 5 ਫੁੱਟ ਤੇ ਨਿਸ਼ਾਨ ਲਗਾਉਂਦੇ ਨੇ, ਫਿਰ ਲੇਟ ਕੇ ਜਾ ਰਹੇ ਨੇ। ਉੱਥੇ ਪ੍ਰਸ਼ਾਦ ਚੜਾ ਰਹੇ ਨੇ, ਉੱਥੇ ਸੁਖਣਾ ਸੁਖ ਰਹੇ ਨੇ, ਉੱਥੇ ਚੋਲੇ ਚੜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਤੀਰਥ ਜਾਣ ਦੀ ਗੱਲ ਪਈ ਹੈ। ਗੁਰੂ ਪਾਤਸ਼ਾਹ ਉਹਨਾਂ ਨੂੰ ਇੱਕ ਇੱਕ ਨੂੰ ਪੁੱਛ ਰਹੇ ਨੇ, ਉਹਾਂ ਤੋਂ ਜਾਈਏ ਜੋ ਈਆਂ ਨਾ ਹੋਏ। ਇੱਥੇ ਨਹੀਂ ਹੈ, ਤੈਨੂੰ ਕਿਉਂ ਕਿਤੇ ਖਾਸ ਤੀਰਥ ਤੇ ਜਾਣਾ ਪੈਂਦਾ ਹੈ? ਪਰ ਜਿਨ੍ਹਾਂ ਨੂੰ ਤੀਰਥ ਦੀ ਗੱਲ ਨਹੀਂ ਸਮਝ ਆਉਂਦੀ ਉਹ ਜਾਂਦੇ ਨੇ, ਪਰ ਜਿਨ੍ਹਾਂ ਨੂੰ ਸਮਝ ਆ ਜਾਂਦੀ ਉਹ ਨਹੀਂ ਜਾਂਦੇ ਨੇ। ਮਨ ਰੇ ਥਿਰ ਰਹੋ ਮਤ ਕਤ ਜਾਈ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਈ ਜਿਉ। ਉਹਨਾਂ ਨੂੰ ਆਪਣੇ ਹਿਰਦੇ ਅੰਦਰ ਦੇ ਰੱਬ ਬਾਰੇ ਸੋਝੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੰਦਰ ਦੇ ਹਿਰਦੇ ਦੇ ਰੱਬ ਦੀ ਸੋਝੀ ਹੋ ਜਾਂਦੀ ਹੈ, ਉਹਨਾਂ ਨੂੰ ਇਹ ਫੀਲ ਹੋਣਾ ਸ਼ੁਰੂ ਹੋ ਜਾਂਦਾ ਜੋ ਮੇਰੇ ਅੰਦਰ ਵਸਦਾ ਹੈ ਉਹ ਇਹਦੇ ਅੰਦਰ ਵੀ ਵਸਦਾ ਹੈ, ਇਹਦੇ ਅੰਦਰ ਵੀ ਵਸਦਾ ਹੈ, ਉਹਦੇ ਅੰਦਰ ਵੀ ਵਸਦਾ ਹੈ, ਸਾਰਿਆਂ ਦੇ ਅੰਦਰ ਵਸਦਾ ਹੈ। ਕਿਸੇ ਨਾਲ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਪੈਂਦੀ, ਕਿਸੇ ਨਾਲ ਅਮੀਰੀ ਗਰੀਬੀ ਨਹੀਂ ਕਰਨੀ ਪੈਂਦੀ, ਕਿਸੇ ਦੇ ਨਾਲ ਊਚ ਨੀਚ ਜਾਤ ਪਾਤ ਦਾ ਵਿਤਕਰਾ ਨਹੀਂ ਕਰਨਾ ਪੈਂਦਾ। ਕਿਉਂਕਿ ਜਿਹੜੇ ਰੱਬ ਦੀਆਂ ਗੱਲਾਂ ਕਰ ਰਿਹਾ ਉਹ ਮੇਰੇ ਅੰਦਰ ਵਸਦਾ, ਉਹ ਸਾਰਿਆਂ ਦੇ ਅੰਦਰ ਕਹਿੰਦੇ, ਉਹਨੂੰ ਕਹਿੰਦੇ ਨੇ ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ, ਸਭ ਦੇ ਅੰਦਰ ਵਸਦਾ ਹੈ। ਕਟ ਮੈਂ ਹਰਜੂ ਬਸੈ ਵਸਦਾ ਹੈ। ਇਹਦੀ ਸ਼ਰਤ ਕੀ ਹੋਈ? ਪਹਿਲਾਂ ਇੱਥੇ ਮਹਿਸੂਸ ਕਰਨਾ ਪਏਗਾ। ਇੱਥੇ ਮਹਿਸੂਸ ਕਰਨ ਵਾਸਤੇ ਮਨ ਨੂੰ ਪਕੜ ਕੇ ਇੱਥੇ ਲਿਆਉਣਾ ਪਏਗਾ। ਮਨ ਆਊਟ ਰਹਿੰਦਾ ਹੈ। ਕਿਤਨੀ ਉੱਚੀ ਅਵਸਥਾ ਨਾ ਹੋ। ਜਰਨੀ ਟੂ ਡੈਸਟੀਨੇਸ਼ਨ ਅਸੀਂ ਪਹਿਲੇ 4 ਪੱਦੇ ਡਿਸਕਸ ਕੀਤੇ। ਜਿੱਥੋਂ ਇਹ ਟੌਪਿਕ ਸ਼ੁਰੂ ਹੋਇਆ ਉੱਥੇ ਏਕ ਓਂਕਾਰ ਸਤਿਗੁਰੂ ਪ੍ਰਸਾਦ ਲਿਖਿਆ ਹੋਇਆ, ਗਿਣਤੀ ਦਾ 4 ਔਰ 1 ਲਿਖਿਆ ਹੋਇਆ, 4 ਛੰਤ ਨੇ ਔਰ 1। ਹੁਣ ਦੂਜੇ ਛੰਤ ਦਾ ਡੈਸਟੀਨੇਸ਼ਨ ਸਾਡਾ ਸੂਰਜ ਕਿਰਨ ਮਿਲਿਆ ਹੈ। ਅਸੀਂ ਹੁਣ ਦੂਜੇ ਛੰਤ ਵਿੱਚ ਆਵਾਂਗੇ। ਚੰਗੇ ਭਾਗ ਬਣੇ, ਚੰਗੇ ਲੱਖਣਾਂ ਵਾਲਾ ਵਰ ਮਨ ਪ੍ਰਾਪਤ ਹੋ ਗਿਆ। ਸਾਧ ਸੰਗਤ ਜੀ, ਮੈਂ ਚੰਗੇ ਵਰ ਦਾ ਨਾਮ ਮਨ ਕਿਉਂ ਰੱਖਿਆ? ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਬਾਣੀ ਅੰਦਰ ਬੜੀ ਜਗ੍ਹਾ ਆਏਗਾ ਆਪ, ਬਾਣੀ ਜਗ੍ਹਾ ਬਹੁਤ ਜਗ੍ਹਾ ਆਏਗਾ ਪ੍ਰਭ, ਬਾਣੀ 'ਚ ਬਹੁਤ ਜਗ੍ਹਾ ਆਏਗਾ ਹਰ। ਉਹ ਤਾਂ ਆਏਗਾ ਜਦੋਂ ਮਨ ਦੀ ਉੱਚੀ ਅਵਸਥਾ ਬਣਦੀ ਹੈ ਔਰ ਮਨ ਰੱਬ ਨਾਲ ਇਕਮਿਕ ਹੋ ਜਾਂਦਾ ਹੈ। ਮਨ ਆਪਣੀ ਹੋਂਦ ਛੱਡ ਦਿੰਦਾ ਹੈ। ਉਹਨੂੰ ਕਹਿੰਦੇ ਨੇ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਾਂ ਤੂੰ। ਮਨ ਆਪਣੀ ਹੋਂਦ ਛੱਡ ਦਿੰਦਾ ਹੈ, ਕੀ ਰਹਿ ਜਾਂਦਾ ਹੈ? ਰੱਬ ਹੀ ਰੱਬ ਜੀ ਰਹਿ ਜਾਂਦੇ ਨੇ। ਮਨ ਆਪਣੀ 4 ਦਿਨ ਆਪਣੀ ਤੂਤੀ ਵਜਾ ਕੇ ਚਲਾ ਗਿਆ।
ਉਹਨੂੰ ਕਹਿੰਦੇ ਨੇ ਹੋਣਾ ਮੂਆ ਮੇਰੀ ਮੂੰਹੀ ਬੁਲਾਏ ਭੈੜੇ ਖਿਆਲ ਚਲੇ ਗਏ ਛੋੜਾ ਅੱਬੋ ਗਲੀਆਂ। ਸੋ ਚੰਗੇ ਭਾਗਾਂ ਵਾਲੇ ਲਖਣਾ ਵਾਲਾ ਵਰ ਮਨ ਕੰਤ ਪ੍ਰਾਪਤ ਹੋ ਗਿਆ। ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ। ਦਿਨ ਰਾਤ ਚੰਗੇ ਗੁਣ ਵਿਜ਼ਡਮ ਦੀ ਧੁਨ ਮਾਨੋ ਰੱਬੀ ਦਰਗਾਹ ਦੇ ਅੰਦਰ ਸਿਫਤ ਸਲਾਹ ਵਾਲੇ ਸੰਗੀਤ ਦੇ ਅੰਦਰ ਸ਼ਾਮਲ ਹੋ ਗਏ। ਉਹ ਧੁਨ ਵੱਜ ਰਹੀ ਹੈ, ਦਿਨ ਰਾਤ ਉਮਾ ਪੈਦਾ ਹੋ ਗਿਆ। ਜਦੋਂ ਦਿਨ ਰਾਤ ਸਾਧ ਸੰਗਤ ਜੀ ਉਮਾ ਰਵੇ ਨਾ, ਫਿਰ ਸੁੱਖ ਦੁੱਖ ਮਾਨ ਅਪਮਾਨ ਪਹੁੰਚਦੇ ਨਹੀਂ ਨੇ। ਅੰਮ੍ਰਿਤ ਰੂਪੀ ਰੱਬੀ ਗੁਣਾ ਦੀ ਰਿੱਧੀ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਗੁਰਮਤਿ 'ਚ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਦੁਨਿਆਵੀ ਪਦਾਰਥ ਸੋ ਕਾਲਡ ਰਿੱਧੀ ਸਿੱਧੀ ਸੁਪਰਸਟੀਸ਼ੀਅਸ ਬਿਲੀਫ ਦੀ ਰਿੱਧੀ ਸਿੱਧੀ ਪ੍ਰਾਪਤੀ ਦਾ ਕੋਈ ਗੁਰਮਤਿ 'ਚ ਕੌਨਸੈਪਟ ਨਹੀਂ ਹੈ। ਗੁਰਮਤਿ ਕਹਿੰਦੀ ਹੈ ਆਪਣੇ ਅੰਗਾਂ ਨੂੰ ਕਾਬੂ ਕਰਨਾ, ਆਪਣੇ ਸੁਭਾਅ ਨੂੰ ਕਾਬੂ ਕਰਨਾ, ਇਹ ਰਿੱਧੀ ਸਿੱਧੀ ਹੈ। ਚੰਗੇ ਗੁਣਾਂ ਦਾ ਜੀਵਨ ਬਣਾਉਣਾ, ਮਾਨੋ ਪ੍ਰਾਣਾ ਦਾ ਆਧਾਰ ਮਿਲ ਗਿਆ ਪਵਨ ਗੁਰੂ। ਸੋ ਪਹਿਲੇ ਛੰਤ 'ਚ ਸਾਰੇ ਇੰਦਰੇ ਗਿਆਨੇਂਦਰੇ ਰਲ ਕੇ ਕਹਿ ਰਹੇ ਨੇ। ਦੂਸਰੇ ਛੰਤ 'ਚ ਆਲ ਔਰਗਨਸ ਨਾਲ ਗੁਣ ਗਾਉਂਦੇ ਨੇ। ਮਨ ਨੂੰ ਰਾਵਣਾ, ਮਨ ਦਾ ਪ੍ਰੇਮ ਪੈਦਾ ਹੋ ਗਿਆ। ਅੰਦਰੋਂ ਚੰਗੇ ਗੁਣਾਂ ਦੀ ਹੀ ਆਵਾਜ਼ ਆਣੀ ਸ਼ੁਰੂ ਹੋ ਗਈ। ਸਾਧ ਸੰਗਤ ਜੀ, ਜੀਵਨ ਉੱਚਾ ਹੋ ਰਿਹਾ ਹੈ, ਜੀਵਨ ਦਾ ਮਿਆਰ ਉੱਚਾ ਹੋ ਰਿਹਾ ਹੈ। ਇਸ ਸ਼ਬਦ ਵਿੱਚ ਜਿਹੜੀ ਪਿਛਲੇ ਪਦੇ ਤੋਂ ਅਵਸਥਾ ਦੱਸੀ ਹੈ, ਵਰਸਿਸ ਸਾਡਾ ਡੇ ਬਾਈ ਡੇ ਜੀਵਨ ਮਿਆਰ ਡਿੱਗਦਾ ਜਾ ਰਿਹਾ ਹੈ। ਅਸੀਂ ਪੈਸੇ ਕਰਕੇ ਅਮੀਰ ਹੋਈ ਜਾ ਰਿਹਾ, ਜੀਵਨ ਮਿਆਰ ਡਿੱਗਦਾ ਜਾ ਰਿਹਾ ਹੈ। ਅਸੀਂ ਪੈਸੇ ਕਰਕੇ ਇੱਕ ਘਰ ਅੰਦਰ 2-2 3-3 ਫ੍ਰਿਜ ਹੋ ਗਏ ਨੇ। ਅਸੀਂ ਭੁੱਖੇ ਨੰਗੇ ਮੀਨ ਮਾਈਜ਼ਰ ਹੋਈ ਜਾ ਰਿਹਾ ਡੇ ਬਾਈ ਡੇ। ਸਾਡੇ ਘਰਾਂ 'ਚ ਅਚਾਨਕ ਮਹਿਮਾਨ ਆ ਜਾਏ ਨਾ ਤਾਂ ਆਵਾਜ਼ ਸੁਣਨ ਨੂੰ ਮਿਲਦੀ ਹੈ, ਹਫ਼ਤਾ ਪਹਿਲਾਂ ਦੱਸਿਆ ਕਰੋ, ਅਚਾਨਕ ਕਿਸੇ ਨੂੰ ਲੈ ਆਉਂਦੇ ਹੋ। ਰੋਟੀ ਪਕਾਉਣ ਵਿੱਚ ਹੀ ਟਾਈਮ ਲੱਗਦਾ ਹੈ। ਲੇਕਿਨ ਪਹਿਲਾਂ ਸਾਡੀਆਂ ਮਾਵਾਂ ਦਾਦੀਆਂ, ਉਹਨਾਂ ਕੋਲ ਗੈਸ ਨਹੀਂ ਸੀ ਹੁੰਦੀ, ਫ੍ਰਿਜ ਨਹੀਂ ਸੀ ਹੁੰਦੇ। 4 ਇੱਟਾਂ ਦੇ ਵਿਚਕਾਰ ਲੱਕੜ ਟਾਂਡੇ ਬਾਲ ਕੇ ਸਾਨੂੰ ਕਹਿੰਦੀ ਸੀ ਤੁਸੀਂ ਬੈਠੋ, ਮੈਂ ਹੁਣੇ ਫੁਲਕੇ ਪਕਾ ਕੇ ਲਿਆਈ। ਇਹ ਕੀ ਸੀ? ਮਨ ਦੀ ਅਮੀਰੀ, ਉੱਚਾ ਆਚਰਣ। ਉੱਚੇ ਆਚਰਣ ਵਿੱਚ ਪੰਜਾਬ ਦਾ ਕਰੈਕਟਰ ਸੀ ਕਿ ਪੰਜਾਬ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਤਲਾਕ ਕੀ ਹੁੰਦਾ ਹੈ। ਉਹਨੂੰ ਮਾਪਿਓ ਸਿਖਾ ਦਿੰਦੇ ਸਨ, ਜਿਸ ਘਰ ਜਾ ਰਹੀ ਹੈ ਤੂੰ ਇਸ ਘਰ ਵਿੱਚ ਸੇਵਾ ਭਾਵ ਨਾਲ ਰਹਿਣਾ ਹੈ। ਲੇਕਿਨ ਅੱਜ ਕੀ ਹੋ ਗਿਆ? ਤੂੰ ਜਿਸ ਘਰ ਜਾ ਰਹੀ ਹੈ ਉੱਥੇ ਦੇ ਸਾਰੇ ਅਵਗੁਣ ਨੈਕਸਟ ਮਾਰਨਿੰਗ ਤੋਂ, ਸੁਹਾਗ ਰਾਤ ਤੋਂ ਹੀ ਫੋਨ ਤੇ ਮੈਨੂੰ ਸੁਣਾਣੇ ਨੇ। ਮੈਂ ਤੇਰੀ ਮਾਂ ਹਾਂ। ਸਾਧ ਸੰਗਤ ਜੀ, ਉਹ ਖੈਰ ਖਵਾ ਨਹੀਂ ਹੁੰਦੀ ਮਾਂ, ਉਸ ਦੇ ਘਰ ਅੰਦਰ ਅੱਗ ਲਾਉਂਦੀ ਹੈ, ਜਿਹੜੀ ਇਸ ਤਰੀਕੇ ਦੇ ਫੋਨਸ ਦੇ ਵਿਚਕਾਰ ਮੈਸੇਜਿਸ ਸਾਂਝ ਕਰਦੀ ਹੈ। ਖੈਰ, ਮੇਰੀ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਸਾਡਾ ਮਿਆਰ ਡਿੱਗਦਾ ਜਾ ਰਿਹਾ ਕਰੈਕਟਰ ਦਾ, ਆਚਰਣ ਦਾ, ਔਰ ਦੂਜੇ ਪਾਸੋਂ ਅਸੀਂ ਅਮੀਰ ਹੋਈ ਜਾ ਰਿਹਾ। ਇਹਨੂੰ ਇਕੋਨਮੀ ਉੱਚਾ ਹੋਣਾ ਨਹੀਂ ਕਹਿੰਦੇ ਨੇ। ਕਰੋੜਾਂ ਹੋ ਜਾਣੇ, ਪ੍ਰਾਪਰਟੀ ਲੱਖ ਦੀ 10 ਕਰੋੜ ਹੋ ਜਾਣੀ, ਇਸ ਨੂੰ ਡਾਟਾ ਹਾਈ ਹੋ ਜਾਣਾ, ਲੇਕਿਨ ਕਰੈਕਟਰ ਡਿੱਗ ਪੈਣਾ। ਪਰ ਅੱਜ ਦੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਸਿਖਾ ਰਹੇ ਨੇ ਚੜ੍ਹਤ ਕਿਸ ਤਰ੍ਹਾਂ ਬਣਦੀ ਹੈ। ਮਨ ਅੰਦਰ ਉਮਾ ਪੈਦਾ ਹੋਇਆ, ਮਨ ਨੂੰ ਨਾ ਪਲ ਪਲ ਆਤਮਕ ਮੌਤ ਦੇ ਬਦਲੇ ਨਾ ਇਟਰਨਲ ਗੋਡ ਚਾਹੀਦਾ ਹੈ। ਮੇਰਾ ਮਨ ਆਤਮਕ ਮੌਤ ਮਰਦਾ ਹੈ ਪਲ ਪਲ। ਕਬੂ ਜੀੜਾ ਉਪ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾ ਪਾਲੇ। ਮੈਨੂੰ ਬੈਲੈਂਸਡ ਮਨ ਚਾਹੀਦਾ ਹੈ, ਮੈਨੂੰ ਸੰਤੁਲਨ ਚਾਹੀਦਾ ਹੈ। ਮੈਂ ਥਿੜਕਣਾ ਨਹੀਂ ਚਾਹੁੰਦਾ, ਮੈਂ ਨਿੱਕੀ ਨਿੱਕੀ ਗੱਲ ਨੂੰ ਟੋਲਰੇਟ ਨਹੀਂ ਕਰਦਾ ਹਾਂ। ਮੈਨੂੰ ਟੋਲਰੇਸ਼ਨ ਦਿਓ, ਮੈਨੂੰ ਸਬਰ ਸੰਤੋਖ ਦਿਓ। ਮੇਰੇ ਤਾਂ ਮੈਂ ਇੰਨੀ ਕਰੋੜਾਂ ਦੀ ਕਾਰ ਵਿੱਚ ਬੈਠਾ ਹੁੰਦਾ, ਕੋਈ ਰਿਕਸ਼ਾ ਟਾਂਗਾ ਟੇਡਾ ਚਲਾ ਕੇ ਚਲਾ ਜਾਏ, ਮੈਂ ਆਪਣਾ ਸੰਤੁਲਨ ਗਵਾ ਬੈਠਦਾ ਹਾਂ। ਕੋਈ ਮੈਨੂੰ ਜ਼ਰਾ ਜਿਹਾ ਟੌਂਟ ਕਰ ਦੇ, ਮੈਂ ਆਪਣਾ ਸੰਤੁਲਨ ਗਵਾ ਬੈਠਦਾ ਹਾਂ। ਕੋਈ ਮੇਰੀ ਜ਼ਾਤ ਨੂੰ ਜ਼ਰਾ ਜਿਹਾ ਉਂਗਲ ਕਰ ਦੇ, ਮੈਂ ਸੰਤੁਲਨ ਗਵਾ ਬੈਠਦਾ ਹਾਂ। ਪਿੱਛੇ ਇੱਕ ਬੰਦੇ ਦੇ ਪੁੱਤਰ ਨੇ ਸਾਡੇ ਸਾਹਮਣੇ ਆ ਕੇ ਕਾਰ ਖੜੀ ਕੀਤੀ ਔਰ ਆ ਕੇ ਕਹਿੰਦਾ, ਆਪਣੇ 4-5 ਫਰੈਂਡਸ ਨੂੰ ਕਹਿੰਦਾ, ਦੇਖੋ ਇਹ ਮੇਰੀ ਕਾਰ। ਉਹਨਾਂ ਸਾਰਿਆਂ ਨੇ ਕਿਹਾ ਕਮ ਸੇ ਕਮ 12 ਲੱਖ ਕੀ ਤਾਂ ਹੋਗੀ। ਉਹ ਤੇ ਸੜ ਬਲ ਗਿਆ, ਕਹਿੰਦਾ ਲੈ 25 ਲੱਖ ਦੀ ਦੇ ਕੇ ਆਇਆ, ਕਹਿੰਦੇ 12 ਲੱਖ ਦੀ। ਮੀਨਸ ਸਾਡੇ ਸਟੇਟਸ ਨੂੰ ਜ਼ਰਾ ਜਿਹਾ ਕੋਈ ਵੀ ਕੁਛ ਵੀ ਉਂਗਲ ਕਰੇ, ਅਸੀਂ ਇੱਕਦਮ ਬੈਲੈਂਸ ਲੂਜ਼ ਕਰ ਜਾਂਦੇ ਹਾਂ। ਸਾਡਾ ਸਬਰ ਸੰਤੋਖ ਨਹੀਂ ਹੈ। ਸਬਰ ਸੰਤੋਖ
ਨਮਰਤਾ ਦੇ ਨਾਲ ਚੰਗੇ ਗੁਣ ਕਮਾਣੇ, ਆਚਰਣ ਉੱਚਾ ਹੋਣਾ ਸ਼ੁਰੂ ਹੁੰਦਾ ਹੈ ਔਰ ਉੱਚਾ ਹੁੰਦਾ ਜਾਂਦਾ ਹੈ। ਜੋ ਇਨਸਾਨ ਚੰਗੇ ਗੁਣਾਂ ਨੂੰ ਰੈਲਿਸ਼ ਕਰਦਾ ਹੈ ਉਸ ਨੂੰ ਹੋਰ ਚੰਗੇ ਗੁਣ ਪ੍ਰਾਪਤ ਹੁੰਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਲੇਕਿਨ ਜਿਹੜਾ ਕਹੇ ਉਹ ਜੀ ईमानदारी ਦੀ ਕਮਾਈ ਹੋਣੀ ਚਾਹੀਦੀ है, अपनी कमाई खाओ और किसी का धोखा ना करो, बस यही तो 2-3 बातें, धर्म की क्या जरूरत है, गुरुद्वारे जाने की जरूरत है, मस्जिद जाने की जरूरत है, अमृत छकने की जरूरत है। लोग इंज गल्लां करते हैं। मैं उन्होंने पूछता जे 2-3 गल्लां कर रहे हो तो भी प्रैक्टिकल हो के नहीं, लेकिन ਜਿਹੜੀਆਂ 2-3 गल्लां कर रहे हो कित्थों लियाए हो? जे 4 हो जाएगियां तो नुकसान हो जाएगा, जे 5 हो जाएगियां। बट वेयर एवर यू थिंक कि मैनू सब कुछ पता लग गया, उस वेले स्टैगनेंट बदबू आनी शुरू होती है, जीवन मोनोटनस हो जाता है, मनुख चंगे गुण लै नहीं पाता है, रुक जाता है। सवेरे गुरुद्वारे जाना चाहिए, मैं उठता ही हाँ, गुरुद्वारे जाता ही हाँ। मैनू केस रखने चाहिए, मैं रखे ही हुए ने। नितनेम करना चाहिए, मैं करता ही हाँ। गुरुद्वारे जाके कुछ सुनना चाहिए, मैं सुन के मत्था टेक के आ जाता। हुण अगे मैं की सीखा? जे भुलेखा पै जाए ना कि मैं तो प्रवान है ही हाँ, फिर मनुख बाणी नहीं खोजदा, फिर मनुख नूं भुलेखा पै जांदा। मन जाने सब बात, जानती अवगुण करे, काहे की कुशलात हाथ दी भूए भरे। कदे भी भुलेखा ना खाना मेरे को 4 चंगे गुण हैं। हंकार आ जाएगा, हौम आ जाएगी। चंगे गुणां नूं नम्रता नाल रलिश करना और सतगुर अगे होर जाचना करना, इस तरह साडा घर सुंदर बनता जाता है। मन नूं चंगे गुण रावणे आ जाते हैं, प्रेम पै जाता है। अनहद धुन मीनस लगातार सच की सुमत प्राप्त होती रहती है, अमर पदवी वाल एंटर करते जाते हैं। तीजे पदे च कहते हैं विस्मन विस्माद आना शुरू हो गया। जो जो चंगे गुणां नूं रैलिश करके जियो, विस्माद आना शुरू हो जाता है। पदे तीजे च कहते हैं विस्मन विसम भई पेख गुण अविनाशी राम। असी तो सुनिया सी रब दे चंगे गुण होंदे ने, हुण मेरे मन नूं भी प्राप्त हो गए ने। सुरत मत बुद्ध सारे इंद्रे ज्ञान इंद्रे रल के जिन्हां नूं बाणी सखीओ सहेलड़ियों कहंदे ने, सत्संगणा कहंदे ने, आवो भैणे गल मिले अंक सहेलड़ियां कहंदे ने, सखी आओ सखी बस आओ सखी कहंदे ने। वो सारे आनंद माणदे पे ने। कर गए पूजा गही कट जम की फांसी राम। सच दा लड़ फड़ लिया, वाइसिस दी जमा दी फांसी पई हुई सी। कदों पैंदी है? जदों चंगे गुणां दा साथ छड्ड दिंदे आ। ओनू की कहंदे ने, बल छुट के बंधन पर है, कछु ना हो तु पाए। लेकिन जे चंगे गुणां दा सतगुर दी मत दा बल लै लवो, ओनू कहंदे बल होआ बंधन छुटै, सब कुछ हो तु पाए। नाउ देयर इज 100% पॉसिबिलिटी दैट यू कैन हैव वननेस विद गॉड। और दुनिया का हर मनुख इसनूं प्राप्त कर सकता है। सिर्फ 100 कार्ड जिहड़ा प्रचलित किया होया ब्रह्म ज्ञानी है, उसके बारे नहीं गल चल रही। दुनिया का हर मनुख सबना सौरे वंजना, सब मुकलावनहार, सारे रब जी नूं प्राप्त कर सकते हैं। सारे रब जी नाल इकमिक हो सकते हैं, क्योंकि सारे कुदरत के सब बंदे ने। अवल अल्लाह नूर पाए कुदरत के सब बंदे। बुरा भला को किसी को ये सगले जी तुम्हारे। हर इंसान नूं पूरा हक है वो सतगुर दी मत लैके चंगे गुण लैके रब जी नाल इकमिकता दा जीवन, आनंद, विस्माद, एक्सटैसी, वननेस विद गॉड नूं माण सकता है। जदों असीं माणदे हैं ना साध संगत जी, तां पता की हुंदा है? अंदर दी जोत प्रगट हो जाती है। ਉਹਨੂੰ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹਰ ਕਿਸੇ ਦੇ ਅੰਦਰ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਕੱਲ ਅਸੀਂ ਕਾਲਜ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚ ਕਰ ਰਹੇ ਸੀ, ਤਾਂ ਉੱਥੇ ਪੁੱਛ ਰਹੇ ਸੀ ਕੁਛ ਲੋਕੀ ਸਾਕਤ ਹੁੰਦੇ ਨੇ, ਭੈੜੇ ਹੁੰਦੇ ਨੇ, ਉਹਨਾਂ ਨੂੰ ਸਾਕਤ ਨਾ ਕਹੀਏ ਨਾ। ਜੇ ਕੁਛ ਲੋਕੀ ਚੰਗੇ ਹੁੰਦੇ ਨੇ ਉਹਨਾਂ ਨੂੰ ਗੁਰਮੁਖ ਨਾ ਕਹੀਏ ਨਾ। ਕੁਛ ਲੋਕੀ ਐਕਸਟਰਾ ਚੰਗੇ ਉਹਨਾਂ ਨੂੰ ਕਿ ਅਸੀਂ ਬ੍ਰਹਮ ਗਿਆਨੀ ਨਾ ਕਹੀਏ। ਮੈਂ ਬੇਨਤੀ ਕੀਤੀ ਦਿਨ ਰਾਤ ਲੋਕਾਂ ਨੂੰ ਲੇਬਲ ਹੀ ਲਾਉਂਦੇ ਰਹਿ ਜਾਵਾਂਗੇ, ਕੌਣ ਚੰਗਾ ਤੇ ਕੌਣ ਮੰਦਾ ਹੈ। ਇਸ ਨਾਲੋਂ ਚੰਗਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਇਹ ਸਿੱਖੀਏ ਕਿ ਮੈਨੂੰ ਕਿਸੇ ਨੂੰ ਕੁਛ ਵੀ ਲੇਬਲ ਨਹੀਂ ਕਰਨਾ ਹੈ।
पुन्नी पापी आखण, आखण का मतलब लेबल ना है, ना इस चक्कर च ना पिया कर। किसी ਨੂੰ कुछ कहने की लोड़ नहीं है। बुरा भला तिचे राखदा जिचे रा दूं माए ड्यूअलिटी च फस जाएगा। लभ लभ के लोगों को कहेगा केड़ा चंगा है ते केड़ा मंदा है, तू गेम गलत च फस जाएगा। इस नालों चंगा ये चारों पासे अपनी अखां बंद कर, अपना जीवन उच्चियां करन वाल देख। जदों अपना जीवन उच्चियां करन वाल अंदर छाती मारदे आ ना, अंदर रब जी वसदे ने, रब जी की जोत वसदी है। तीजे चानण सब मैं चानण होए। किवें प्राप्त होंदी है जोत? गुर साखी, साखी का मतलब स्टोरी नहीं होंदा, साखी मतलब सिक्ख्या, गुरु की सिक्ख्या नाल गुर साखी जोत प्रगट होए। गुरु की सिक्ख्या सुनिए ना तो जोत प्रगट होती है। गुरसाखी जोत प्रगट होए, जोत इस पावे सुआरती होए। उस वेले असी आरती मीनस निरपाओ हो जाते हैं और सारा शरीर रब्बी गुणा नाल जीण लग पैंदा है। कैसी आरती होए? भाव खंड ना तेरी आरती, फियर गोज ऑफ। अंदर सूरज प्रकाशित हो जाता है। सूरज प्रकाशित होने दे नाल साध संगत जी की होंदा है? मैं एक एग्जाम्पल बनाई सी, जेकर असी अपने घर के ड्राइंग रूम के अंदर इस पासे सोफा डाया होया है, सोफे के इस किनारे ते एक छोटा जिहा टेबल रखा होया है, सोफे के दूजे पासे एक असी सैटी डाई हुई है, विचकार इत्थे असी एक सेंट्रल टेबल डाया होया है। सेंट्रल टेबल के उत्ते ग्लास रखा है, ग्लास दियाँ 4-5 चुंझां निकलियां हुई हैं, जे गोडे नूं लग जाण तां चुभ सकदा है। इस पासे एक होर टेबल रखे होते तो असी क्रिस्टल रखे हुए ने, इस पासे फूलदान रखे होया है। इस तरीके नाल असी अपना ना सारा ड्राइंग रूम बड़ा जबरदस्त सजाया होया है। सानू जिथों जिथों लंघ के जाना है वो सब जगह ना ठुड्डे लगते ने। पता है कदों? जदों बत्ती चली गई, नेरा हो गया, पता ही नहीं लग रहा मैं कित्थों लंघ के जावां। साध संगत जी ठुड्डा एक भी ना लगे, ठोकर एक भी ना लगे, जेकर बत्ती जग पवे मनु रस्ता मिल जाता है। इत्थों बच के लंघ, फिर इत्थों बच के लंघ, फिर इत्थों बच के लंघ। मीनस जिन्हां जिन्हां चीज़ां दे नाल ठोकर लगनी है उन्हां ते लाइट पै गई, हुण ठोकर नहीं लगती। जदों अंदर जोत प्रगट होंदी है, जेड़े जेड़े आउणा दी मैनू ठोकर लगती है उन्हां ते लाइट पै गई, विकार समझ आ गए। साध संगत जी असीं रल के पढ़िया सी, मैं जानिया दुख मुझको, मैं जानिया दुख मुझको, दुख सबाए जग, उच्चे चढ़ के देखिया तां कर कर एहा अग, मैं जानिया दुख मुझको। फरीदा, फरीद जी कहते मैं जान लिया, मनु समझ आ गई मेरा दुख का कारण की है। ये अर्थ नहीं ने कि फरीद जी कहते हैं मैं सोचा सिर्फ मैं दुखी हाँ, नहीं नहीं सारी दुनिया दुखी है। घर के कोठे से चढ़ के देखा लोगों के घर च अग लगी हुई है, ये अर्थ नहीं ने। खैर मैं लोग किसी को कंडैम नहीं कर सकता। मैनू समझ आया फरीद जी बड़ी उच्ची अवस्था की गल कर रहे हैं। मैं जान लिया मेरे दुख का कारण कि दुख मुझको, दुख सबाया जग, जग होंदा मेरा सोचने का ढंग, मेरा सारा शरीर उहदे मुताबक सड़ रहा, दुखी है क्यों? उच्चा चढ़ के देखा, जब मैं उच्ची अवस्था अपने तो उपर होके उच्चे की मत लैके मैं देखा ना, तो घर घर यह अग लग, मेरे एक एक अंग नूं अग लगी हुई सी, मेरी अखां नूं अग लगी हुई है, कन्नां नूं अग लगी, जीभ नूं अग लगी हुई है, मेरे घर घर यह अग मनु समझ आ गई। आई फाउंड द सोर्स, आई फाउंड द रूट कॉज ऑफ द दुख, मनु पता लग गया। कदों पता लगा? जदों उच्चे दी मत लई। कदों पता लगा? जदों मैं अपने वेस्टिड इंटरेस्ट तो उपर होया। सो
ਜਦੋਂ ਪ੍ਰਕਾਸ਼ ਅੰਦਰ ਹੁੰਦਾ ਦੁਰਮਤ ਗੋਜ਼ ਆਫ, ਭੈੜੇ ਖਿਆਲਾਂ ਦੇ ਬਾਰੇ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ, ਮਤ ਨਿਰਮਲ ਹੋ ਜਾਂਦੀ ਹੈ। ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸ਼ੀ। ਭਈ ਮੀਨਸ ਫੈਮਿਨਿਨ ਜੈਂਡਰ ਵਿੱਚ ਹੈ। ਮਤ ਨਿਰਮਲ ਹੋ ਗਈ। ਮਤ ਕਦੋਂ ਨਿਰਮਲ ਹੋਈ? ਜਦੋਂ ਮਨ ਨਿਰਮਲ ਹੋ ਗਿਆ। ਮਨ ਨਿਰਮਲ ਹੋ ਜਾਏ, ਮਨ ਨੀਵਾ ਹੋ ਜਾਏ, ਸੂਰਤ ਮਤ ਬੁੱਧ ਉੱਚੀ ਹੋ ਜਾਂਦੀ ਹੈ, ਸਾਰਾ ਕੁਝ ਨਿਰਮਲ ਹੋ ਗਿਆ। ਅਵਸਥਾ ਵਾਪਰ ਗਈ, ਸੂਰਜ ਕਿਰਨ ਮਿਲੇ। ਸੂਰਜ ਗਿਆਨ ਦੇ ਭੰਡਾਰ ਚੋਂ, ਪ੍ਰਚੰਡ ਗਿਆਨ ਦੀ ਅਗਨੀ ਚੋਂ ਇੱਕ ਕਿਰਨ ਨਿਕਲ ਕੇ ਆਈ। ਉੱਥੇ ਗ੍ਰਾਮਰ ਪਤਾ ਕਿ ਸੂਰਜ ਦੇ ਜੱਜੇ ਨੂੰ ਔਂਕੜ ਨਹੀਂ ਹੈ, ਲੇਕਿਨ ਕਿਰਨ ਦੇ ਰਾਣੇ ਨੂੰ ਸਿਹਾਰੀ ਹੈ। ਸੂਰਜ ਕਿਰਨ ਇੱਕ ਲਫ਼ਜ਼ ਹੈ। ਸੂਰਜ ਦੇ ਵਿੱਚੋਂ ਨਿਕਲੀ ਹੋਈ ਕਿਰਨ ਮੇਰੇ ਪੱਥਰ ਦਿਲ ਉੱਤੇ ਪਈ, ਮੇਰੀ ਕਠੋਰਤਾ ਉੱਤੇ ਪਈ। ਸਾਧ ਸੰਗਤ ਜੀ, ਕਠੋਰਤਾ ਦੀ ਨਿਸ਼ਾਨੀਆਂ ਕੀ ਨੇ? ਕਠੋਰਤਾ ਦੀ ਨਿਸ਼ਾਨੀ ਤੁਸੀਂ ਦੇਖਣਾ, ਜੇ ਪ੍ਰਬੰਧਕ ਕਠੋਰ ਹੋ ਜਾਣ ਨਾ, ਤੁਸੀਂ ਅਸੀਂ ਤੇ ਆ ਕੇ ਕਹਾਂਗੇ ਭਾਈ ਸਾਹਿਬ ਜੀ, ਸੇਵਾਦਾਰ ਜੀ, ਗ੍ਰੰਥੀ ਜੀ। ਪ੍ਰਬੰਧਕ ਆ ਕੇ ਪਤਾ ਹੀ ਕਹਿਣਗੇ, ਓਏ ਭਾਈ ਓਏ ਉਰੇ ਆਈ। ਕਠੋਰ ਹੋ ਗਏ ਨਾ, ਕਿਉਂਕਿ ਮਨ ਅੰਦਰ ਇਹ ਫੀਲ ਹੋ ਗਈ ਅਸੀਂ ਪ੍ਰਬੰਧਕ ਆ, ਤੁਸੀਂ ਐਮਪਲਾਈ ਹੋ। ਜੋ ਇਨਸਾਨ ਨੂੰ ਇਹ ਫੀਲ ਆ ਜਾਏ ਨਾ, ਮੈਂ ਉੱਚੀ ਪਦਵੀ ਤੇ ਆ ਔਰ ਤੂੰ ਨੀਵੀਂ ਪਦਵੀ ਤੇ ਆ, ਉਹਦਾ ਉੱਚੇ ਦਾ ਨੀਵੇਂ ਨੂੰ ਭੈੜੇ ਬੋਲ ਸ਼ੁਰੂ ਹੋ ਜਾਂਦੇ ਨੇ। ਐਂਡ ਵੀ ਡੋਮੀਨੇਟ ਅਦਰਸ। ਪਤੀ ਪਤਨੀ ਨੂੰ ਸਤਾਉਂਦਾ ਹੈ। ਜੇ ਪਤਨੀ ਦੇ ਹੱਥ ਉੱਚੇ ਹੋ ਜਾਣ, ਜੋਰੂ ਕਾ ਗੁਲਾਮ ਨਾਲੇ, ਉਹ ਸੱਸ ਔਰ ਪਤੀ ਨੂੰ ਔਰ ਬੱਚਿਆਂ ਨੂੰ ਦਬਾ ਕੇ ਰੱਖਦੀ ਹੈ। ਆਫਿਸ ਅੰਦਰ ਬੌਸ, ਅਸੀਂ ਆਪਣੇ ਚਪੜਾਸੀ ਔਰ ਨੌਕਰ ਚੌਕੀਦਾਰ ਨੂੰ ਅਸੀਂ ਇਸ ਤਰ੍ਹਾਂ ਹੀ ਮਿਸਬਿਹੇਵ ਕਰਦੇ ਹਾਂ। ਉਹ ਚੌਕੀਦਾਰ ਗੇਟ ਕਿਉਂ ਨਹੀਂ ਖੋਲ੍ਹਾ ਹੈ? ਅਸੀਂ ਇੰਝ ਗੱਲ ਕਰਦੇ ਹਾਂ। ਉਹ ਰਿਕਸ਼ੇ ਵਾਲੇ ਚਲੇ यहाँ से पर आओ, ਅਸੀਂ ਇੰਝ ਗੱਲ ਕਰਦੇ ਹਾਂ। ਕਠੋਰ ਦਿਲ, ਪੱਥਰ ਦਿਲ। ਔਰ ਜੇ ਸਤਿਗੁਰ ਦੀ ਮਤ ਦੀ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ। ਜਲ ਕਾ ਜਲ, ਜਲ ਦੇ ਲੱਲੇ ਨੂੰ ਔਂਕੜ ਨਹੀਂ ਹੈ। ਦੂਜੀ ਵਾਰੀ ਕਹਿੰਦੇ ਨੇ ਜਲ ਦੇ ਲੱਲੇ ਨੂੰ ਔਂਕੜ। ਮੇਰਾ ਜਲ ਇੱਕ ਇੱਕ ਬੂੰਦ ਇਕੱਠੀ ਕਰ ਕਰਕੇ ਮੇਰਾ ਜਿਹੜਾ ਪੱਥਰ ਬਣ ਗਿਆ, ਰੌਕ ਬਣ ਗਿਆ, ਬਰਫ਼ ਬਣ ਗਿਆ, ਆਈਸ ਬਣ ਗਿਆ, ਜਿਹੜਾ ਮੇਰਾ ਦਿਲ ਸੀ ਨਾ, ਪਿਘਲ ਗਿਆ। ਔਰ ਜਿਨ੍ਹਾਂ ਦਾ ਪਿਘਲ ਜਾਂਦਾ ਨਾ, ਉਹ ਪਤਾ ਹੀ ਕਹਿੰਦੇ ਨੇ, रिक्शे वाले भैया आप यहां से रिक्शा हटा सकते हो। एंड स्पिरिचुअलिटी स्टार्ट्स, द करामात स्टार्ट्स। ओदा मन पिघल जाता है। ये सरदार जी कितने प्यार से बात कर रहे हैं, इतनी महंगी कार में बैठे हैं, कितनी नम्रता से बात करते हैं। क्यों होया? दूरी खत्म हो गई, स्टेटस खत्म हो गया, ऊंच नीच खत्म हो गई। नौकरानी ਸਾਡੇ ਘਰਾਂ ਵਿੱਚ 31 ਦਿਨ ਕੰਮ ਕਰਦੀ ਹੈ, ਇੱਕ ਦਿਨ ਨਾ ਆਏ ਅਸੀਂ ਤਨਖਾਹ ਕੱਟ ਲੈਂਦੇ ਆ। ਬਲਕਿ ਕੀ ਕਰਨਾ ਚਾਹੀਦਾ, ਜਿਸ ਦਿਨ ਉਹ ਇੱਕ ਦਿਨ ਨਾ ਆਏ ਨਾ, ਉਸ ਦਿਨ पूछे कल आप नहीं आ पाए, आपके घर में सब ठीक तो है, तेरा बच्चा बीमार तो नहीं है, अगर तुमको कोई दवाई चाहिए ले दें। ਅਸੀਂ पुट्ठे कठोर दिल, असं कहता ले आए दिन छुट्टी कर लेती है, आए दिन भांडे तोड़ देती है ना, घर में मेहमान आया हुआ, तुमको रखा किस लिए हुआ है? तनख्वाह बढ़ाते टाइम तो बढ़ा जाते हो। रिक्शे वाले नाल, टांगे वाले नाल, कुली दे नाल, आलू वेचण वाले दे नाल, छाबा चुक के मेहनत करन वाले दे नाल असी भा करते रहते हैं, मिसबिहेव करते हैं। असी कठोर पत्थर दिल हाँ। साध संगत जी, ये सारी जितनी बाणी की चढ़त और डिस्कस मैं तुहाडे नाल कीता है, मैं बड़ा अंदरों इस गल वास्ते ना द्रविया होया। इस करके मैं सांझ कर रहा कि गुरु पातशाह अवस्था किस तरह बनाते हैं कि सूरज किरण मिले, जल का जलू आराम बनता किस तरह, ज्योति जोत रली संपूर्ण थी आराम। जदों मन की जोत, रब्बी जोत विजडम नाल अलाइंड हो जाती है ना, तो वाइसिस की, भैड़े ख्यालों की, मन की कठोरता, मन का कोरापन गोज ऑफ। कछुआ कहे अंगार भी लोरो। मेरे अंदर कछुआ है, कछुआ बिरती है। कछुए का काम की होंदा है, अपनी खोल अंदर वड़ जाना और पानी के थल्ले बैठे रहना। इनू कोरापन कहते हैं। बाणी विच कहते हैं कि मेरा कछुआ ना विजडम ले ली। कछुआ कहता है मन्नू भी जफ्फी पाओ,
ਕਛੂਆ ਉੱਥੋਂ ਆਪਣੇ ਕੋਰੇਪਨ ਤੋਂ ਬਾਹਰ ਆ ਗਿਆ। ਸਾਡੇ 'ਚੋਂ ਜਿਹੜੇ ਲੋਕੀ ਕਹਿੰਦੇ ਆ ਉਹ ਦੁਨੀਆ ਸਭ ਧੋਖੇਬਾਜ਼ ਹੈ, ਕਿਸੇ ਨਾਲ ਨਹੀਂ ਜੀ। ਬਾਣੀ 'ਚ ਵੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਕਿਸੇ ਨਾਲ ਉੱਠਣਾ ਬੈਠਣਾ ਨਹੀਂ ਚਾਹੀਦਾ, ਸਭ ਧੋਖੇਬਾਜ਼ ਹੋ ਗਏ ਨੇ। ਹਾਂ ਮੈਂ ਬੜਾ ਸ਼ਰੀਫ ਹੋ ਗਿਆ ਜੀ, ਮੈਂ ਆਪਣੇ ਆਪ ਨੂੰ ਸ਼ਰੀਫ ਸਮਝ ਲੈਣਾ, ਕਾਰਨਰ ਕਰ ਲੈਣਾ, ਕੋਰਾਪਨ ਕਰ ਲੈਣਾ, ਪੱਥਰ ਦਿਲ ਹੋ ਜਾਂਦੇ ਆ, ਲੋਕਾਂ ਨਾਲ ਡੀਲ ਨਹੀਂ ਕਰਦੇ ਆ। ਰਿਜ਼ਲਟ ਪਤਾ ਕੀ ਨਿਕਲਦੇ ਆ, ਕਿ ਨਿਕਲਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ। ਕਾਰਨਰ ਜੋ ਕਰ ਲਿਆ ਆਪਣੇ ਆਪ ਨੂੰ, ਇਕੱਲਾ ਜੋ ਕਰ ਲਿਆ ਆਪਣੇ ਆਪ ਨੂੰ, ਸਮਾਜ ਵਿੱਚ ਉੱਠਦੇ ਬੈਠਦੇ ਨਹੀਂ ਆ। ਜੋ ਸਾਨੂੰ ਸਮਝਾਏ ਕਿ ਸਮਾਜ ਤੋਂ ਕੱਟ ਆਫ ਕਰਕੇ ਭੋਰੇ 'ਚ ਬਹਿ ਜਾਓ, ਚੌਕੜਾ ਮਾਰੋ, ਮਾਲਾ ਫੇਰਦੇ ਰਹੋ, ਮੈਡੀਟੇਸ਼ਨ ਕਰੋ, ਉਹ ਸਾਨੂੰ ਡਿਪਰੈਸ਼ਨ ਵੱਲ ਲਿਜਾਣ ਦੀਆਂ ਆਦਤਾਂ ਸਿਖਾਉਂਦਾ ਪਿਆ ਹੈ। ਕਿਉਂਕਿ ਸਾਨੂੰ ਇਹ ਭੁਲੇਖਾ ਪੈ ਜਾਏਗਾ ਮੈਂ ਬੜਾ ਗ੍ਰੇਟ ਹੋ ਗਿਆ, ਕੋਰਾਪਨ ਪੈਦਾ ਹੋ ਜਾਏਗਾ। ਕੋਰਾਪਨ ਵਾਲਾ ਮਨੁੱਖ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈਆ ਵਾਲਾ ਜੀਵਨ ਨਹੀਂ ਬਣਾ ਸਕਦਾ। ਉਹਦੀ ਜੱਫੀ ਸੌੜੀ ਹੁੰਦੀ ਜਾਂਦੀ ਹੈ ਕੋਰਾਪਨ ਵਾਲੇ ਦੀ, ਇਤਨੀ ਸੌੜੀ ਹੋ ਜਾਂਦੀ ਹੈ ਕਿ ਉਹ ਲੋਕਾਂ ਨੂੰ ਆਪਣੇ ਨੇੜੇ ਹੀ ਨਹੀਂ ਆਉਣ ਦਿੰਦਾ। ਉਹ ਆਪਣੇ ਆਪ ਨੂੰ ਪਰਫੈਕਟ ਸਮਝਣ ਲੱਗ ਪੈਂਦਾ ਹੈ। ਪਰ ਇਹ ਸਾਰਾ ਪੱਥਰ ਦਿਲ, सूरज किरण मिले जल का जल हुआ राम, ज्योति ज्योतिरली संपूर्ण थी राम। अगले पद च कहते ने ब्रह्म दीसै ब्रह्म सुनिया एक एक वकाणी है। साध संगत जी बाणी सानू सिखाती है मेरे अंदर रब जी वसते ने। अपनी अंदर दी अकल लैनी ओनू ब्रह्म ज्ञान कहते हैं। बाहरले चांद सूरज तारे कितने हैं, राहु केतु कहाँ चला गया, धरती कैसे बनी थी, समुंदर रिड़किया सी, कितने रतन निकले सन, कितने साधु होंदे ने, कितने शैतान होंदे ने, कितने सूर कितने असुर, ये सारिया गल्लां नूं ब्रह्म ज्ञान नहीं कहंदे ने। जान नानक बिन आपा थी ने मीटे ना भ्रम की काई। अपना एनालिसिस करना गुरमत दा ब्रह्म ज्ञान है। अपनी पड़चोल करनी, अपनी इंट्रोस्पेक्शन करनी गुरमत दा ब्रह्म ज्ञान है। जो अंदर ब्रह्म ज्ञान करता है, अंदर दी सोची लैंदा है, उन्होंने दूजिया विच रब जी नज़र आना शुरू हो जाता है। इस करके उन्होंने चारों पासे दोए दोए लोचन पेखा हो हर भी नवर ना देखा, उन्होंने चारों पासे रब जी नज़र आने शुरू हो जाते हैं। ब्रह्म दिसै ब्रह्म सुनिए एक एक वखाणिया। आत्म पसारा वो अपने मन नूं एक्सपैंड करता है, चारों पासे सारिਆਂ विचकार देखना शुरू करता है। दूसरिਆਂ ਦੇ दुख भी समझ आने शुरू हो जाते हैं। किस तरह दूसरिਆਂ ਦੇ ਛੂਚ पैर पाईदा है, दूसरिਆਂ ਦੇ दुख ਨੂੰ ਸਮਝੀਦਾ है, दूसरिਆਂ ਦੇ दिलों की जानन की आदत पैंदी है कि ये भी किस तरह हर्ट होंदा होना जे मैं इस दे नाल इस तरह मिसबिहेव करदा हाँ। तो आस्ता आस्ता दूसरिਆਂ ਦਾ दुख ब्रह्म दिसै ब्रह्म सुनिए एक एक वखाणिया। आत्म पसारा करण हारा प्रभ बिना नहीं जानी है। तो मन की अवस्था उच्ची हो जाती है। मां इस मन नूं इस शब्द विच कहंदे ने आप करता, आप दे पप्पे नूं सियारी है। ये आप रब बारे नहीं, आप एक मिक होए मन नूं कह रहे ने। ये मन करता बनता है चंगे गुणा दा, अपनी सृष्टि साजण दा। आप करता, आप भुगता, आप उसनूं माणदा है। आप कारण किया, कारण ये नहीं बनाया सी क्योंकि इसने पहले पद विच जितों पिछला छंद शुरू होया उत्थे बेनती की सी मैनू अविनाशी वर चाहिए। आप करता, आप भुगता, आप कारण किया, बिनवंत नानक से ही जाने। ये अवस्था वही जान सकते ने जिन्नी हर रस पिया। जो रब्बी गुणा दे रस मीनस साध संगत जी रब्बी गुणा दा रस की होंदा है? रब्बी गुण जीना। जो रब्बी गुण जींदे ने ओही इसनू मानते ने। अदरवाइज सो कत जाने पीर पुराई जाके अंतर दर्द ना पाई। मनुख नम्रता भाव विच किसी को माफ़ी मंगदा है, दूजी धीर आकड़ समझदी है देखिया ना माफ़ी मांग लई ना। लेकिन मैं शर्म नाल अंदर बड़ी मूर्ख सोचे मैं तो डरी, ये अखान है। सो जो दलेर है ना, जो ब्रेव है ना, जो सतगुर की मत लैके सूरमा बन जाता है ना, वो माफ़ी मंग लैंदा है। क्यों? क्योंकि उन्होंने माफ़ी देण की भी जांच है। फॉरगेट एंड फॉरगिव करन दी उन्होंने अक्ल है। वो नम्रता च रहिंदा है, वो आकड़िया नहीं रहिंदा। आकड़ते जो हैं वो समझौता नहीं करते हैं। और आकड़ते कौन है? मुर्दे।
ਡੈਡ ਬੋਡੀਜ਼ ਆਕੜਦੀਆਂ ਨੇ। ਅਸੀਂ ਜੀਂਦੇ ਜੀ ਡੈਡ ਬੋਡੀ ਹੋ ਜਾਂਦੇ ਹਾਂ ਜਦੋਂ ਅਸੀਂ ਨਮਰਤਾ 'ਚ ਨਹੀਂ ਰਹਿੰਦੇ, ਜਦੋਂ ਅਸੀਂ ਮਾफ़ ਨਹੀਂ ਕਰਦੇ, ਜਦੋਂ ਪੁਰਾਣੀਆਂ ਗੱਲਾਂ ਦੇ ਵੈਰ ਕਮਾਉਂਦੇ ਰਹਿੰਦੇ ਹਾਂ। ਸਾਧ ਸੰਗਤ ਜੀ, ਪੱਥਰ ਦਿਲ ਨੂੰ ਮੋਮ ਹੋ ਜਾਵੇ, ਨਮਰਤਾ ਜਾ ਜਾਈਏ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹ ਸੌਫਟਨੈਸ ਸਿਖਾਉਂਦੀ ਹੈ, ਇਹ ਮਿੱਠ ਬੋਲੜਾਪਨ ਸਿਖਾਉਂਦੀ ਹੈ, ਨਮਰਤਾ ਸਿਖਾਉਂਦੀ ਹੈ, ਹੰਬਲਨੈਸ ਸਿਖਾਉਂਦੀ ਹੈ, ਹਿਊਮਿਲਿਟੀ ਸਿਖਾਉਂਦੀ ਹੈ, ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ ਸਿਖਾਉਂਦੀ ਹੈ, ਸਭ ਦੀ ਸੇਵਾ ਕਰਨਾ ਸਿਖਾਉਂਦੀ ਹੈ, ਹਾਊ ਟੂ ਲਿਵ ਫॉर ਅਦਰ ਸਿਖਾਉਂਦੀ ਹੈ। ਜਦੋਂ ਦੂਜਿਆਂ ਦੀ ਸੇਵਾ ਕਰਦੇ ਹਾਂ ਨਾ ਅਸੀਂ ਸਾਰੀ, ਇਹਨੂੰ ਕਰਨਹਾਰ ਕੀ ਸੇਵਾ ਕਹਿੰਦੇ ਨੇ। ਪਰ ਜੇ ਅਸੀਂ ਸਤ ਦੀ ਸੇਵਾ ਨਾ ਕਰੀਏ ਤਾਂ ਉਹਨੂੰ ਕਹਿੰਦੇ ਨੇ ਕਰਨਹਾਰ ਕੀ ਸੇਵ ਨਾ ਸਾਧੀ। ਸੋ ਚੰਗੇ ਗੁਣ ਨਾਲ ਜੀਣ ਲੱਗ ਪੈਂਦੇ ਹਾਂ। ਚੰਗੇ ਗੁਣਾਂ ਦੇ ਨਾਲ ਜੀਣ ਵਾਸਤੇ ਆਪਣੇ ਪੱਥਰ ਦਿਲ ਉੱਤੇ ਸਤਿਗੁਰ ਦਾ ਬਾਣ, ਸਤਿਗੁਰ ਦੀ ਸੂਰਜ ਦੀ ਕਿਰਨ ਪਾਉਣੀ ਪੈਂਦੀ ਹੈ, ਤਾਂ ਸਾਡਾ ਇਹ ਜੀਵਨ ਬਣਦਾ ਹੈ। ਸੋ ਅਸੀਂ ਸਿੱਖਾਂਗੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਅਸੀਂ ਆਪਣੇ ਜੀਵਨ ਵਿੱਚ ਕਿੱਥੇ ਨਹੀਂ ਰੁਕਣਾ, ਦਿਨੋਂ ਦਿਨ ਚੰਗੇ ਗੁਣਾਂ ਵੱਲ ਵੱਧਦੇ ਜਾਣਾ ਹੈ। ਉਹਨੂੰ ਕਹਿੰਦੇ ਨੇ ਸੰਪੂਰਨ ਥੀਆ ਰਾਮ। ਮਰਨ ਤੋਂ ਬਾਅਦ ਅਸੀਂ ਪੂਰੇ ਨਹੀਂ ਹੋਣਾ। ਮਰਨ ਤੋਂ ਬਾਅਦ ਕਿੱਥੇ ਕੋਈ ਭਾਈ ਸਾਹਿਬ ਜੀ ਅਰਦਾਸ ਕਰਦੇ ਨੇ ਫਲਾਣਾ ਪੂਰਾ ਹੋ ਗਿਆ ਹੈ। ਜੀਂਦੇ ਜੀ ਤੇ ਅਧੂਰੇ ਰਹੇ ਅਸੀਂ, ਸਾਰੀ ਉਮਰ ਸ਼ਰਾਬ ਪੀਂਦੇ ਰਹੇ, ਉੱਥੇ ਅਰਦਾਸ ਕਰ ਦਿੱਤੀ, ਉਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸਾਧ ਸੰਗਤ ਜੀ, ਜੀਂਦੇ ਜੀ ਨਾ ਤੇ ਚਰਨਾਂ 'ਚ ਨਿਵਾਸ ਹੋਇਆ, ਜੀਂਦੇ ਜੀ ਨਾ ਅਸੀਂ ਪੂਰਨ ਹੋਏ। ਅਸੀਂ ਸਤਿਗੁਰ ਦੀ ਮੱਤ ਲੈ ਕੇ, ਸੂਰਜ ਕਿਰਨ ਪਵਾ ਕੇ, ਆਪਣੇ ਗਿਆਨ ਨੂੰ ਲੈ ਕੇ, ਆਪਣੇ ਪੱਥਰ ਦਿਲ ਨੂੰ ਮੋਮ ਕਰਕੇ ਸੰਪੂਰਨ ਥੀਆ ਰਾਮ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ। ਤਾਂ ਤੱਕ ਅਸੀਂ ਨਹੀਂ ਰੁਕਣਾ ਹੈ, ਤਾਂ ਤੱਕ ਸਟੈਗਨੈਂਟ ਨਹੀਂ ਹੋਣਾ ਹੈ। ਨਮਰਤਾ ਨਾਲ ਸਤਿਗੁਰ ਵੱਲ ਵੱਧਦੇ ਜਾਣਾ ਔਰ ਡੇ ਬਾਈ ਡੇ ਉਹਦੀ ਮੱਤ ਲੈਂਦੇ ਜਾਣਾ। ਉਹਨੂੰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਾਡਾ ਮਨ ਹਰ ਬਣ ਜਾਂਦਾ।